ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਜੀ। 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 ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਦੇਖ ਅਚੰਭਾ ਸਭ ਨੇ ਮਾਨਿਓ, ਇਹ ਕਿਆ ਕਰਮ ਪੀਰ ਜੀ ਠਾਨਿਓ। ਸਭ ਕੇ ਬੀਚ ਬਿਲਾਸ ਭਨੰਤੇ, ਸਰਬ ਆਏ ਕਰ ਨਮਰ ਹੋਵੰਤੇ। ਦੇਖ ਅਚੰਭਾ ਸਭ ਨੇ ਮਾਨਿਓ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਮੁਕਤ ਭੁਗਤ ਜੁਗਤ ਦੇ ਦਾਤੇ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਜੀ ਦਾ ਸਰੂਪ ਗੁਰੂ ਸੰਗਤ ਜੀ, ਆਪ ਜੀ ਸਮੂਹ ਸੰਗਤਾਂ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਹਜ਼ੂਰ ਬੈਠੇ ਹੋ। ਲੜੀਵਾਰ ਕਥਾ ਸੁਣਨ ਵਾਸਤੇ ਸਾਰੀਆਂ ਸੰਗਤਾਂ ਆਪ ਜੀ ਮਾਲਕ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸੱਜੇ ਹੋ। ਪਿਆਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਬੜੇ ਹੀ ਪਿਆਰ ਨਾਲ ਸਾਰੀ ਸੰਗਤ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ
ਮਹਾਰਾਜ ਜੀ ਦੀ ਲੜੀਵਾਰ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ। ਸਤਿਗੁਰੂ ਜੀ ਲਾਹੌਰ ਦੀ ਧਰਤੀ ਤੇ ਜੀਵਾਂ ਨੂੰ ਉਤਾਰ ਰਹੇ ਹਨ। ਉਸੇ ਹੀ ਲਾਹੌਰ ਦੀ ਧਰਤੀ ਤੇ ਮੁਜੰਗਾ ਨਗਰ ਦੇ ਵਿੱਚ ਸਾਧ ਸੰਗਤ ਜੀ, ਪੀਰਾਂ ਦੇ ਪੀਰ ਸਾਈਂ ਮੀਆਂ ਮੀਰ ਸਾਹਿਬ ਜੀ ਦਾ ਡੇਰਾ ਹੈ। ਸਾਈਂ ਮੀਆਂ ਮੀਰ ਜੀ ਆਪਣੇ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ ਫੁਰਨਾ ਬਣਾਉਂਦੇ ਹਨ। ਸਤਿਗੁਰੂ ਜੀ ਨੂੰ ਪਤਾ ਲੱਗਦਾ ਹੈ ਮਹਾਰਾਜ ਆਪਣੇ ਆਸਣ ਤੋਂ ਛੇਤੀ ਦੇ ਨਾਲ ਘੋੜੇ ਤੇ ਕਾਠੀ ਪਵਾ ਕੇ ਸਾਧ ਸੰਗਤ ਜੀ ਸਾਈਂ ਜੀ ਨੂੰ ਦਰਸ਼ਨ ਦੇਣ ਵਾਸਤੇ ਜਾਂਦੇ ਹਨ। ਉਹ ਪ੍ਰਸੰਗ ਕੱਲ੍ਹ ਆਪ ਜੀ ਨੇ ਸਰਵਣ ਕੀਤਾ, ਕਿਵੇਂ ਸਾਈਂ ਜੀ ਅਗਲਵਾਂਢੀ ਆਪ ਤੁਰ ਰਹੇ ਆ, ਉੱਧਰੋਂ ਗੁਰੂ ਜੀ ਮਹਾਰਾਜ ਆਪ ਘੋੜੇ ਤੇ ਬਹੁਤ ਛੇਤੀ ਸੱਚੇ ਪਾਤਸ਼ਾਹ ਉੱਥੇ ਪਹੁੰਚ ਗਏ ਤਾਂ ਕਿ ਸਾਈਂ ਮੀਆਂ ਮੀਰ ਜੀ ਨੂੰ ਬਹੁਤਾ ਨਾ ਤੁਰਨਾ ਪਵੇ ਜੀ। ਬੜੇ ਪਿਆਰ ਵਾਲਾ, ਆਨੰਦ ਵਾਲਾ ਉਹ ਸਮਾਂ ਜਿਹੜਾ ਸੀਗਾ ਉਹ ਬਣਿਆ। ਤੁਸੀਂ ਸੰਗਤ ਜੀ ਉਹਦੀ ਕਥਾ ਸਰਵਣ ਕੀਤੀ ਜੀ। ਸਾਈਂ ਮੀਆਂ ਮੀਰ ਜੀ ਨੇ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਘੋੜੇ ਦੀ ਰਕਾਬ ਆਪ ਫੜੀ, ਆਪ ਘੋੜੇ ਨੂੰ ਤੋਰਦੇ ਹਨ। ਸਤਿਗੁਰੂ ਜੀ ਨੂੰ ਆਪਣੇ ਅਸਥਾਨਾਂ ਤੇ ਲੈ ਕੇ ਗਏ, ਉੱਚੀ ਥਾਂ ਤੇ ਆਪਣੀ ਗੱਦੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਿਠਾਇਆ ਜੀ। ਮਹਾਰਾਜ ਸੱਚੇ ਪਾਤਸ਼ਾਹ ਤੇ ਸਾਈਂ ਮੀਆਂ ਮੀਰ ਜੀ ਦੇ ਬਚਨ ਵਿਲਾਸ ਹੁੰਦੇ ਆ ਜੀ। ਉਹ ਬਚਨ ਵਿਲਾਸ ਜਿਹੜੇ ਹਨ ਸੰਗਤ ਜੀ ਉਹ ਆਪ ਜੀ ਨੇ ਕੱਲ੍ਹ ਸਰਵਣ ਕੀਤੇ। ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਸਾਈਂ ਜੀ ਅਵਸਥਾ ਕਿੱਥੋਂ ਕੁ ਤੱਕ ਪਹੁੰਚ ਗਈ ਹੈ? ਹੱਕ ਦੀ, ਸੱਚ ਦੀ, ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਜਾਂ ਨਹੀਂ ਹੋਈ? ਮਨ ਵਾਸ਼ਨਾ ਤੋਂ ਰੁਕਿਆ ਜਾਂ ਨਹੀਂ ਰੁਕਿਆ? ਸਾਈਂ ਜੀ ਨੇ ਉੱਤਰ ਦਿੱਤਾ, ਸੱਚੇ ਪਾਤਸ਼ਾਹ ਮਾਲਕ ਜੀ, ਜਿਨ੍ਹਾਂ ਦੇ ਉੱਤੇ ਆਪ ਜੀ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਫਿਰ ਸਾਰੀਆਂ ਅਵਸਥਾਵਾਂ ਦੀ ਪ੍ਰਾਪਤੀ ਹੁੰਦੀ ਹੈ। ਬੜੇ ਬੜੇ ਸੋਹਣੇ ਉੱਤਰ ਜਿਹੜੇ ਆ ਉਹ ਸਾਈਂ ਮੀਆਂ ਮੀਰ ਜੀ ਨੇ ਦਿੱਤੇ ਜੀ। ਰੱਬ ਦੇ ਘਰ ਦੀਆਂ ਗੱਲਾਂ ਹੋਈਆਂ, ਪਰਮੇਸ਼ਰ ਦੇ ਘਰ ਦੀਆਂ ਗੱਲਾਂ ਹੋਈਆਂ, ਉਹ ਤੁਸੀਂ ਸੰਗਤ ਜੀ ਕੱਲ੍ਹ ਸੁਣੀਆਂ। ਉਹਦੇ ਤੋਂ ਅੱਗੇ ਫਿਰ ਗੁਰੂ ਜੀ ਆਪ ਉੱਥੋਂ ਤੁਰੇ, ਸਾਈਂ ਮੀਆਂ ਮੀਰ ਜੀ ਛੱਡਣ ਤੱਕ ਬਾਹਰ ਆਏ ਜੀ। ਸਤਿਗੁਰੂ ਜੀ ਨੂੰ ਆਪ ਘੋੜੇ ਉੱਤੇ ਚੜ੍ਹਾਇਆ, ਸੱਚੇ ਪਾਤਸ਼ਾਹ ਆਪਣੇ ਅਸਥਾਨ ਦੇ ਉੱਤੇ ਪਹੁੰਚ ਗਏ। ਸਾਈਂ ਮੀਆਂ ਮੀਰ ਜੀ ਆਪਣੇ ਦੇ ਵਿੱਚ ਸਾਧ ਸੰਗਤ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਗਏ ਤੇ ਗੁਰੂ ਜੀ ਦੀ ਯਾਦ ਨੂੰ ਆਪਣੇ ਹਿਰਦੇ 'ਚ ਵਸਾ ਲਿਆ। ਹੁਣ ਇਹਦੇ ਤੋਂ ਅੱਗੇ ਕਥਾ ਹੈ, ਉਹ ਤੁਸੀਂ ਬੜੇ ਧਿਆਨ ਨਾਲ ਸੁਣਨੀ ਹੈ। ਪਹਿਲਾਂ ਸਾਰੀ ਸੰਗਤ ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ ਸਾਰਿਆਂ ਨੂੰ ਪਿਆਰ ਨਹੀਂ ਤੇ ਮਨਜ਼ੂਰ ਹੁੰਦਾ ਜੀ। ਦੋ ਰੱਬ ਦੇ ਪਿਆਰੇ ਮਿਲਦੇ ਆ, ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਚਰਨੀ ਹੱਥ ਲਾ ਦਿੰਦੇ ਆ ਤੇ ਵੇਖਣ ਵਾਲਿਆਂ ਨੂੰ ਐਵੇਂ ਹੀ ਢਿੱਡ ਪੀੜ ਹੁੰਦੀ ਰਹਿੰਦੀ ਜੀ। ਵੇਖਣ ਵਾਲੇ ਜਿਨ੍ਹਾਂ ਦੇ ਆਪਣੇ ਤੇ ਧੌਣ 'ਚ ਕਿੱਲਾ ਠੁਕਿਆ ਜੀ, ਕਿਸੇ ਅੱਗੇ ਸਿਰ ਝੁਕਾ ਕੇ ਉਹ ਰਾਜੀ ਨਹੀਂ ਹੈਗੇ ਜੀ। ਹਾਂਜੀ, ਫਤਿਹ ਵੀ ਬੁਲਾਉਂਦੇ ਤੇ ਬੜੀ ਬੋਝ ਹੋ ਕੇ ਬੁਲਾਉਂਦੇ ਜੀ। ਹਾਂਜੀ, ਜਦੋਂ ਦੋ ਰੱਬ ਦੇ ਪਿਆਰੇ ਮਿਲਦੇ ਤੇ ਰੱਬ ਦੀ ਮਿਹਰ ਧਰਤੀ ਦੇ ਉੱਤੇ ਉਤਰਦੀ ਹੈ ਜੀ। ਸਾਰਿਆਂ ਨੂੰ ਨਾ ਜੀ, ਸਾਰਿਆਂ ਦੇ ਮਨ 'ਚ ਐਸੀ ਅਵਸਥਾ ਨਹੀਂ ਹੁੰਦੀ। ਹੁਣ ਵੀ ਸਾਡੇ ਪੰਥ ਵਿੱਚ ਵੀ ਬੜੇ ਐਸੇ ਨੇ ਜੀ, ਉਹ ਵਿਚਾਰੇ ਸ਼ੰਕਾ ਹੀ ਕਰਦੇ ਰਹਿੰਦੇ ਜੀ, ਸ਼ੰਕੇ ਵਿੱਚ ਹੀ ਪਏ ਰਹਿੰਦੇ ਆ। ਆਪ ਤੇ ਸ਼ੰਕਾ ਤੁਰ ਹੁੰਦੀ ਹੀ ਹੈ, ਦੂਜਿਆਂ ਨੂੰ ਵੀ ਸ਼ੰਕਾ ਵਿੱਚ ਪਾ ਦਿੰਦੇ ਜੀ। ਹਾਂਜੀ, ਇੱਕ ਪਿੰਡ 'ਚ ਇੱਕ ਗਿਆਨੀ ਕਥਾਵਾਚਕ ਚਲੇ ਗਿਆ। ਉਹ ਜਦੋਂ ਗਿਆ ਉੱਥੇ ਤੇ 4 ਕੁ ਲੋਕ ਗੁਰਦੁਆਰੇ ਆਉਂਦੇ ਸੀਗੇ, ਬਾਕੀ ਨਹੀਂ ਸੀ ਆਉਂਦੇ। ਉਹਨੇ ਕਥਾ ਇਹੋ ਜਿਹੀ ਸੁਣਾਈ ਵੀ ਜਿਹੜੇ 4 ਆਉਂਦੇ ਸੀ ਉਹ ਵੀ ਬੰਦ ਹੋ ਗਏ ਜੀ ਆਉਣੇ ਜੀ। ਹਾਂਜੀ, ਕੀ ਕਥਾ ਸੁਣਾਈ ਵੀ ਮੱਥਾ ਟੇਕਣ ਦਾ ਕੀ ਫਾਇਦਾ ਹੈਗਾ, ਗੁਰੂ ਤੇ ਹਿਰਦੇ 'ਚ ਹੈਗਾ ਜੀ। ਹਾਂਜੀ, ਇਹੋ ਜਿਹੇ ਗਿਆਨੀਆਂ ਤੋਂ ਬਲਿਹਾਰ ਹੀ ਜਾਣਾ ਚਾਹੀਦਾ ਜਿਹੜੇ ਪੁੱਠੀਆਂ ਮੱਤਾਂ ਲੋਕਾਂ ਨੂੰ ਦਿੰਦੇ ਨੇ ਜੀ। ਸਾਈਂ ਮੀਆਂ ਮੀਰ ਜੀ ਨੇ ਗੁਰੂ ਜੀ ਦਾ ਸਤਿਕਾਰ ਬਹੁਤ ਕੀਤਾ ਜੀ। ਕੁਝ ਉੱਥੇ ਸ਼ੰਕਾ ਤੁਰ ਸਨ, ਗਿਆਨੀ ਜੀ ਮਹਾਰਾਜ ਬੈਠੇ ਸੀਗੇ ਕੁਝ ਉੱਥੇ ਜੀ, ਮੁਸਲਮਾਨ ਧਰਮ ਦੇ, ਜਿਨ੍ਹਾਂ ਨੂੰ ਬੜਾ ਵੇਖ ਕੇ ਦੁੱਖ ਹੋਇਆ ਜੀ, ਹੈਰਾਨ ਹੋਏ ਜੀ। ਉਹ ਹੁਣ ਜਿਹੋ ਜਿਹੀਆਂ ਗੱਲਾਂ ਸੋਚਦੇ ਆ, ਉਹ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸੁਣਿਓ।
ਸਾਰੀ ਸੰਗਤ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਮਹਾਰਾਜ। ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਦੇਖ ਅਚੰਭਾ ਸਭ ਨੇ ਮਾਨਿਓ। ਸਾਰੇ ਵੇਖ ਕੇ ਨਾ ਜੀ ਬੜੇ ਅਚੰਭਤ ਹੋ ਗਏ ਜੀ ਵੀ ਸਾਈਂ ਮੀਆਂ ਮੀਰ ਜੀ ਨੇ ਇੰਨਾ ਸਤਿਕਾਰ ਕੀਤਾ ਜੀ। ਹਾਂਜੀ ਇਹ ਕਿਆ ਕਰਮ ਪੀਰ ਜੀ ਠਾਨਿਓ। ਉਹ ਹੁਣ ਸ਼ੰਕਾ ਤੁਰਨੇ ਜੀ। ਉਹ ਸੋਚਦੇ ਵੀ ਪੀਰ ਜੀ ਨੇ ਇਹ ਕੀ ਕੰਮ ਕੀਤਾ। ਬਸ ਇਸੇ ਗੱਲ ਵਿੱਚ ਕਈ ਸਿਰ ਪੀੜ ਹੁੰਦੀ ਰਹਿੰਦੀ ਕਈਆਂ ਨੂੰ ਜੀ। ਹਾਂਜੀ ਸਭ ਕੇ ਬੀਚ ਵਿਸਾਲ ਅਪਨੰਤੇ। ਸਾਰਿਆਂ ਦੇ ਵਿੱਚ ਅਸੀਂ ਸਾਈਂ ਮੀਆਂ ਮੀਰ ਜੀ ਨੂੰ ਵੱਡਾ ਕਹਿੰਦੇ ਆ ਵੀ ਸਾਈਂ ਮੀਆਂ ਮੀਰ ਜੀ ਵੱਡੇ ਨੇ। ਸਰਬ ਆਏ ਕਰ ਨਮਰ ਹੋਵੰਤੇ। ਤੇ ਜਿੰਨੇ ਲੋਕ ਨੇ ਸਾਰੇ ਸਾਈਂ ਮੀਆਂ ਮੀਰ ਜੀ ਦੇ ਅੱਗੇ ਆ ਕੇ ਝੁਕਦੇ ਆ। ਇਹ ਚੱਲ ਗਇਓ ਆਪ ਉੱਠ ਕਰਕੇ। ਪਰ ਅੱਜ ਸਾਈਂ ਮੀਆਂ ਮੀਰ ਆਪੇ ਹੀ ਉੱਠ ਕੇ ਚਲੇ ਗਏ। ਆਪ ਉੱਠ ਕੇ ਗਏ। ਆਪ ਉਹਨਾਂ ਨੂੰ ਅਗਲਵਾਂਡੀ ਲੈਣ ਗਏ ਆ। ਹਾਂਜੀ ਹਿੰਦੂ ਕੋ ਆਦਰ ਚਿਤ ਧਰ ਕੇ। ਤੇ ਉਹ ਮਹਾਰਾਜ ਨੂੰ ਹਿੰਦੂ ਹੀ ਕਹਿੰਦੇ ਆ। ਕਹਿੰਦੇ ਵੀ ਇਹ ਤੇ ਹਿੰਦੂ ਦਾ ਆਦਰ ਕਰਨ ਲਈ ਗਏ ਆ ਜੀ ਉੱਥੇ। ਹਾਂਜੀ ਤੇ ਗੱਲ ਤੇ ਰੱਬ ਦੀ ਹੈਗੀ ਸਾਧ ਸੰਗਤ ਜੀ। ਗੱਲ ਤੇ ਪਰਮੇਸ਼ਰ ਦੀ ਹੈਗੀ। ਜਿਹਦੇ ਅੰਦਰ ਵੀ ਰੱਬ ਹੈਗਾ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਬਚਨ ਕਹਿੰਦੇ ਸੰਤ ਦਾ ਭੇਖ ਨਾ ਵੇਖਿਓ, ਉਹਦੀ ਅਵਸਥਾ ਵੇਖਿਓ ਤੇ ਉਹਦਾ ਸਤਿਕਾਰ ਕਰਿਓ ਜੀ। ਸਾਈਂ ਮੀਆਂ ਮੀਰ ਜੀ ਨੇ ਭੇਖ ਨਹੀਂ ਵੇਖਿਆ ਸਾਧ ਸੰਗਤ ਜੀ। ਸਾਈਂ ਮੀਆਂ ਮੀਰ ਜੀ ਸੱਚ ਨਾਲ ਜੁੜੇ ਨੇ ਜੀ। ਹਾਂਜੀ ਬਾਹਰ ਬੰਦਨਾ ਕੀਨੀ ਜਾਏ। ਆਖੋ ਵਾਹਿਗੁਰੂ ਵਾਹਿਗੁਰੂ। ਉਹ ਬੜੇ ਦੁਖੀ ਹੋਣ ਕਹਿਣ ਲੱਗੇ ਵੀ ਉਲਟਾ ਮੱਥਾ ਵੀ ਟੇਕਿਆ ਇਹਨਾਂ ਨੇ। ਅਸੀਂ ਸਾਈਂ ਮੀਆਂ ਮੀਰ ਜੀ ਨੂੰ ਮੱਥਾ ਟੇਕਦੇ ਆ ਤੇ ਸਾਈਂ ਮੀਆਂ ਮੀਰ ਜੀ ਜਿਹੜੇ ਹੈ ਉਹਨਾਂ ਨੇ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਿਆ। ਹਾਥ ਰਕਾਬ ਧਰੀ ਚਲ ਆਏ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਫਿਰ ਗੱਲਾਂ ਬਣਾਉਣ ਵਾਲੇ ਬੜੀਆਂ ਗੱਲਾਂ ਬਣਾਉਂਦੇ ਜੀ। ਹਾਂਜੀ ਇਹਨਾਂ ਵਿਚਾਰਿਆਂ ਦੇ ਵੱਸ ਨਹੀਂ ਹੋ ਜਾਂਦਾ। ਕਿਰਤ ਨਿੰਦਕ ਕਾ ਧੁਰ ਹੀ ਪਿਆ। ਧੁਰ ਹੀ ਪਿਆ। ਇਹਨਾਂ ਦੇ ਵੱਸ ਕੁਝ ਨਹੀਂ ਹੁੰਦਾ ਸੰਗਤ ਜੀ। ਇਹਨਾਂ ਦੁਖੀ ਹੋਈ ਜਾਣਾ ਜੀ। ਬਸ ਦੁਖੀ ਹੋਈ ਜਾਣਾ। ਉਹ ਹੁਣ ਬੜੇ ਦੁਖੀ ਹੋ ਗਏ। ਕਹਿੰਦੇ ਫਿਰ ਉਹ ਘੋੜੇ ਤੇ ਬੈਠੇ ਤੇ ਸਾਈਂ ਜੀ ਨੇ ਰਕਾਬ ਫੜੀ ਹੱਥ ਵਿੱਚ। ਹਾਏ ਤੇ ਸਾਦਰ ਤਰੇ ਉਤਾਰਿਓ। ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਘੋੜੇ ਤੋਂ ਆਪ ਹੇਠਾਂ ਉਤਾਰਿਆ ਗੁਰੂ ਜੀ ਨੇ। ਵਾਹਿਗੁਰੂ ਗੁਰੂ ਜੀ ਨੂੰ ਹਾਂਜੀ ਆਪਨ ਥਾਨ ਕਰ ਧਰੇ ਪਧਾਰਿਓ। ਤੇ ਆਪਣੀ ਥਾਂ ਤੇ ਗੁਰੂ ਜੀ ਨੂੰ ਬਿਠਾਤਾ। ਆਪ ਨੀਵੀਂ ਥਾਂ ਤੇ ਬਹਿ ਗਏ। ਹਾਂਜੀ ਵੱਡ ਪੀਰਨ ਕੇ ਪੀਰ ਕਹੰਤੇ। ਸਭ ਉਮਰਾਵ ਖਾਨ ਮਾਨੰਤੇ। ਅਸੀਂ ਇਹਨਾਂ ਨੂੰ ਪੀਰਾਂ ਦੇ ਪੀਰ ਕਹਿੰਦੇ ਆ। ਵੱਡੇ ਪੀਰ ਮੰਨਦੇ ਆ। ਬਾਦਸ਼ਾਹ ਤੱਕ ਇਹਨਾਂ ਨੂੰ ਮੰਨਦਾ। ਵਜ਼ੀਰ ਬਾਦਸ਼ਾਹ ਦੇ ਇਹਨਾਂ ਨੂੰ ਮੰਨਦੇ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਇਹਨਾਂ ਨੂੰ ਦੱਸੋ ਕੀ ਮਹਿਸੂਸ ਹੋ ਗਿਆ ਸੀ। ਹਾਂਜੀ ਜੇ ਸਾਈਂ ਜੀ ਨੇ ਸਤਿਕਾਰ ਕੀਤਾ ਤੇ ਇਹ ਬੰਦੇ ਦੁਖੀ ਹੋਣ ਲੱਗ ਪਏ। ਅਸ਼ਟ ਦਿਵਸ ਮੈਂ ਆਵਤ ਸ਼ਾਹੂ। ਹਾਂਜੀ ਕਰ ਬੰਧਨ ਬੈਠਤ ਹੈ ਪਾਹੂ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਕਹਿੰਦੇ ਵੀ ਅਸ਼ਟ ਦਿਵਸ ਮਹਿ ਆਵਤ ਸ਼ਾਹੂ ਕਰ ਬੰਧਨ ਬੈਠਤ ਹੈ ਪਾਹੂ। ਵੀ 8 ਦਿਨਾਂ ਬਾਅਦ ਬਾਦਸ਼ਾਹ ਵੀ ਇਹਨਾਂ ਦੇ ਕੋਲ ਆਉਂਦਾ ਹੈ। ਤੇ ਕਿੰਨਾ ਸਤਿਕਾਰਯੋਗ ਹੋਣਗੇ ਪੀਰ ਜੀ ਸਾਈਂ ਮੀਆਂ ਮੀਰ ਜੀ। ਬਾਦਸ਼ਾਹ ਇਹਨਾਂ ਨੂੰ ਮੱਥਾ ਟੇਕਦਾ ਹੈ। ਹਾਂਜੀ ਅਪਰ ਪੀਰ ਇਸ ਕੇ ਢਿਗ ਆਵੇ। ਹੋਰ ਵੱਡੇ ਵੱਡੇ ਪੀਰ ਮੁਸਲਮਾਨ ਧਰਮ ਦੇ
ਸਾਈਂ ਮੀਆਂ ਮੀਰ ਜੀ ਦੇ ਕੋਲ ਚੱਲ ਕੇ ਆਉਂਦੇ ਆ। ਜਾਣਹਿ ਕਾਮਲ ਸੀਸ ਨਿਵਾਵੈ। ਤੇ ਸਾਈਂ ਮੀਆਂ ਮੀਰ ਜੀ ਨੂੰ ਵੱਡਿਆਂ ਜਾਣ ਕੇ, ਕਾਮਲ ਪੁਰਸ਼ ਜਾਣ ਕੇ ਇਹਨਾਂ ਦੇ ਅੱਗੇ ਸਿਰ ਨਵਾਉਂਦੇ ਆ। ਹਾਂਜੀ, ਇਹ ਹਿੰਦੂ ਆਗੇ ਨਿਵ ਚੱਲਿਓ, ਨਿਜ ਤੇ ਬੜੋ ਜਾਨ ਕਰ ਮਿਲਿਓ। ਆਖੋ ਵਾਹਿਗੁਰੂ। ਇਹ ਫਿਰ ਗੁਰੂ ਹਰਗੋਬਿੰਦ ਸਾਹਿਬ ਅੱਗੇ ਝੁਕੇ ਨੇ। ਇਹਦਾ ਮਤਲਬ ਉਹਨਾਂ ਨੂੰ ਵੱਡੇ ਜਾਣਿਆ ਇਹਨੇ। ਹਾਂਜੀ, ਇਮ ਸਗਰੇ ਤੁਰਕਨ ਮੈਂ ਹੋਈ। ਇਹ ਗੱਲ ਦੀ ਹਾਹਾਕਾਰ ਮਚ ਗਈ ਜੀ ਤੁਰਕਾਂ ਦੇ ਵਿੱਚ। ਹਾਹਾਕਾਰ ਹੀ ਮਚ ਗਈ ਵੀ ਸਾਈਂ ਮੀਆਂ ਮੀਰ ਜੀ ਮੁਸਲਮਾਨਾਂ ਦੀ ਪੱਗ ਨੇ, ਤੇ ਤੁਹਾਨੂੰ ਪਤਾ ਜਿੱਥੇ ਪੱਗ ਝੁਕਦੀ ਉੱਥੇ ਸਾਰਾ ਸਰੀਰ ਹੀ ਝੁਕਦਾ ਜੀ। ਤੇ ਸਾਨੂੰ ਤੇ ਸਾਰਿਆਂ ਨੂੰ ਝੁਕਣਾ ਪੈਣਾ ਉੱਥੇ। ਹਾਂਜੀ, ਕਹਿਓ ਸ਼ਾਹੋ ਢਿਗ ਗਮਨਿਓ ਕੋਈ। ਤੇ ਫਿਰ ਕਈਆਂ ਦੇ ਕੋਲੋਂ ਤੇ ਬਰਦਾਸ਼ਤ ਹੀ ਨਾ ਹੋਇਆ। ਆਖੋ ਵਾਹਿਗੁਰੂ। ਕਈ ਫਿਰ ਬਹੁਤੇ ਕਾਲੇ ਹੋ ਜਾਂਦੇ ਸਾਧ ਸੰਗਤ, ਉਹਨਾਂ ਕੋਲੋਂ ਬਰਦਾਸ਼ਤ ਨਾ ਹੋਇਆ। ਤੋ ਪਤਾ ਕਿੱਥੇ ਗਏ ਜੀ? ਸਿੱਧਾ ਸ਼ਾਹਜਹਾਂ ਦੇ ਕੋਲ ਗਏ ਸ਼ਿਕਾਇਤ ਲਾਉਣ ਵਾਸਤੇ। ਪੀਰ ਜੀ ਦੀ ਹੱਦ ਹੋ ਗਈ। ਜਾਂ ਤੇ ਕਿਸੇ ਨੂੰ ਧਾਰਮਿਕ ਆਗੂ ਮੰਨੀਏ ਨਾ, ਤੇ ਜੇ ਮੰਨਣਾ ਤੇ ਫਿਰ ਉਹਦੇ ਤੇ ਹੀ ਸ਼ੰਕੇ ਕਰੀ ਜਾਣੇ, ਤੇ ਫਿਰ ਫਾਇਦਾ ਕੀ ਹੋਇਆ? ਇੱਕ ਬੰਨੇ ਧਾਰਮਿਕ ਆਗੂ ਵੀ ਮੰਨਣਾ ਜੀ, ਤੇ ਇੱਕ ਬੰਨੇ ਉਹਦੇ ਤੇ ਸ਼ੰਕੇ ਵੀ ਕਰਨੇ ਆ, ਤੇ ਫਿਰ ਫਾਇਦਾ ਕੀ ਹੈਗਾ? ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਚੇਤਾ ਰੱਖਿਓ, ਆਪਣੇ ਧਾਰਮਿਕ ਆਗੂ ਦੇ ਉੱਤੇ ਸ਼ੰਕਾ ਕਰਨ ਵਾਲੇ ਬੰਦੇ ਦੇ ਅੰਦਰ ਵੀ ਨਾਮ ਨਹੀਂ ਟਿਕਦਾ। ਸ਼ੱਕ ਕਰੀ ਜਾਣਾ। ਜਾਂ ਤੇ ਫਿਰ ਮੰਨੋ ਨਾ ਜੀ, ਆਗੂ ਨਾ ਮੰਨੋ। ਤੇ ਜੇ ਆਗੂ ਮੰਨਿਆ ਤੇ ਫਿਰ ਸ਼ੰਕੇ ਤੇ ਨਾ ਕਰੋ। ਆਪਾਂ ਨੂੰ ਵੀ ਸ਼ੰਕੇ ਬਣੇ ਰਹਿੰਦੇ ਜੀ, ਬਣੇ ਰਹਿੰਦੇ ਜੀ। ਹਾਂਜੀ, ਸਰਬ ਸਭਾ ਨੇ ਬੁਰਾ ਬਖਾਨਾ। ਤੇ ਜਾ ਕੇ ਸ਼ਾਹਜਹਾਂ ਦੀ ਸਭਾ ਦੇ ਵਿੱਚ ਗੱਲ ਚਲਾਈ ਵੀ ਸਾਈਂ ਮੀਆਂ ਮੀਰ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ। ਉਹੋ ਜੀ ਸਭਾ ਸੀਗੀ ਜੀ। ਸਾਰੀ ਸਭਾ ਨੇ ਬੜਾ ਬੁਰਾ ਮਨਾਇਆ ਇਸ ਗੱਲ ਦਾ। ਸ਼ਾਹਜਹਾਂ ਸੁਣ ਕਰ ਇਮਕਾਨਾ। ਸ਼ਾਹਜਹਾਂ ਨੇ ਵੀ ਇਹ ਗੱਲ ਸੁਣੀ ਜੀ ਆਪਣੇ ਕੰਨਾਂ ਦੇ ਨਾਲ। ਕਹਿਓ ਸਬਨ ਮਹਿ ਅਬ ਕੇ ਚੱਲੈ। ਹਾਂਜੀ, ਬੂਝੈ ਸਕਲ ਬੈਠ ਜਬ ਮਿਲੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਭਰੋਸਾ ਤਾਂ ਦੇਣਾ ਸੀ। ਪਤਾ ਕੀ ਕਹਿੰਦੇ ਆ ਕੇ ਬਾਦਸ਼ਾਹ ਦੀ ਸਭਾ 'ਚ? ਕਹਿੰਦੇ ਬਾਦਸ਼ਾਹ ਸ਼ਰ੍ਹਾ ਦੀ ਤੋਹੀਨ ਹੋ ਗਈ ਹੈ। ਜਿਵੇਂ ਆਪਾਂ ਕਹਿੰਦੇ ਮਰਿਆਦਾ ਭੰਗ ਹੋ ਗਈ। ਮੁਸਲਮਾਨ ਧਰਮ 'ਚ ਕਹਿੰਦੇ ਆ ਸ਼ਰ੍ਹਾ ਦੀ ਤੋਹੀਨ ਹੋ ਗਈ। ਬਾਦਸ਼ਾਹ ਕਹਿੰਦਾ ਸ਼ਰ੍ਹਾ ਦੀ ਤੋਹੀਨ ਕੀਤੀ ਕਿੰਨੇ ਆ? ਕਹਿੰਦੇ ਜੀ ਸਾਈਂ ਮੀਆਂ ਮੀਰ ਜੀ ਨੇ ਕੀਤੀ ਹੈ। ਹੁਣ ਗੱਲ ਸੁਣਨ 'ਚ ਉਹ ਕਹਿੰਦਾ ਵੀ ਸਾਈਂ ਮੀਆਂ ਮੀਰ ਜੀ ਨੇ ਕਿਵੇਂ ਤੋਹੀਨ ਕਰਤੀ? ਕਹਿੰਦੇ ਜੀ ਮੁਸਲਮਾਨਾਂ ਦੀ ਪੱਗ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਝੁਕ ਗਏ ਆ। ਇਹ ਸ਼ਰ੍ਹਾ ਦੀ ਤੋਹੀਨ ਹੈ। ਇਹੋ ਜਿਹੀ ਸ਼ਰ੍ਹਾ ਨੂੰ ਕੀ ਕਰਨਾ ਜਿਹੜੀ ਰੱਬ ਦੇ ਪਿਆਰਿਆਂ ਅੱਗੇ ਵੀ ਨਾ ਝੁਕੇ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੰਤਾਂ ਕੀ ਹੋਏ ਦਾਸਰੀ, ਇਹ ਅਚਾਰਾ ਸਿੱਖ ਰੀ। ਬਾਦਸ਼ਾਹ ਕਹਿੰਦਾ ਕੋਈ ਗੱਲ ਨਹੀਂ, ਹੁਣ ਜਦੋਂ ਮੈਂ ਜਾਵਾਂਗਾ ਨਾ ਸਾਈਂ ਮੀਆਂ ਮੀਰ ਜੀ ਨੂੰ ਮਿਲਣ, ਤੇ ਫਿਰ ਮੈਂ ਮਿਲਾਂਗਾ ਉਹਨਾਂ ਨੂੰ, ਫਿਰ ਬੇਨਤੀ ਕਰਾਂਗਾ। ਜੋ ਨਿਤ ਸਾਥ ਹਮਾਰੇ ਰਹੈ, ਆਵਨ ਜਾਨ ਕਰੈ ਜਿਮ ਕਹੈ। ਹਾਂਜੀ, ਸਦਾ ਰਹੈ ਹਮਰੇ ਅਨੁਸਾਰੀ, ਐਸੋ ਹਰ ਗੋਬਿੰਦ ਹਿਤ ਧਾਰੀ। ਕਹਿੰਦਾ ਮੈਂ ਕਵਾਂਗਾ ਵੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ। ਉਹ ਤੇ ਸਾਡੇ ਨਾਲ ਹੀ ਰਹਿੰਦੇ ਆ, ਉਹ ਤੇ ਸਾਡੇ ਨਾਲ ਹੀ ਵਿਚਰਦੇ ਆ। ਕਈ ਵਾਰੀ ਜਿਵੇਂ ਕਹੀਏ ਉਵੇਂ ਹੀ ਕਰਦੇ ਆ। ਉਹ ਤੇ ਸਾਡੇ ਵਰਗੇ ਹੀ ਨੇ। ਆਖੋ ਵਾਹਿਗੁਰੂ। ਇਹੋ ਭੁਲੇਖਾ ਪੈ ਜਾਂਦਾ ਨਾ ਸਾਧ ਸੰਗਤ। ਹਾਂਜੀ, ਮਾਨਨੀਐ ਬੜ ਪੀਰ ਹਮਾਰੋ, ਜਿਸ ਕੋ ਮਨ ਹੈ ਤੁਰਕ ਹਜ਼ਾਰੋ। ਤੇ ਤੁਸੀਂ ਪੂਜਨੀਕ ਪੀਰ ਤੇ ਸਾਡੇ ਮਾਨਯੋਗ ਚ, ਤੇ ਤੁਸੀਂ ਉਹਨਾਂ ਦੇ ਚਰਨਾਂ 'ਚ ਚਲੇ ਗਏ।
ਹਾਂਜੀ। ਇਨਹੁ ਅਦਬ ਕਿਮ ਕੀਨ ਮਹਾਨਾ। ਤੇ ਤੁਸੀਂ ਉਹਨਾਂ ਦਾ ਏਡਾ ਵੱਡਾ ਸਤਿਕਾਰ ਕੀਤਾ, ਕਿਉਂ ਕੀਤਾ? ਕਹਿੰਦਾ ਮੈਂ ਪੁੱਛਾਂਗਾ ਉਹਨਾਂ ਨੂੰ। ਹਾਂਜੀ। ਹੌਰਾ ਭਇਓ ਸਕਲ ਤੁਰਕਾਨਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਸਾਡਾ ਤੇ ਤੁਰਕ ਸਮਾਜ ਹੀ ਹੌਲਾ ਪੈ ਗਿਆ। ਹੁਣ ਅੰਦਰ ਦੀ ਖੇਡ ਹੈਗੀ ਨਾ ਜੀ ਸਾਰੇ। ਸਾਈਂ ਜੀ ਨੇ ਨਮਸਕਾਰ ਕਰਤੀ ਤੇ ਤੁਰਕ ਕਿਵੇਂ ਝੁਕ ਗਏ ਜੀ? ਬਸ ਖਿਆਲਾਂ ਦੀ ਖੇਡ ਹੈਗੀ। ਕਈ ਬੰਦਿਆਂ ਦਾ ਸੁਭਾਅ ਹੁੰਦਾ ਨਾ ਝੁਕਣਾ ਨਾ ਝੁਕਣ ਦੇਣਾ ਜੀ। ਨਾ ਝੁਕਣਾ ਨਾ ਝੁਕਣ ਦੇਣਾ। ਨਹੀਂ ਪਿਆਰਿਓ, ਰੱਬ ਦੇ ਪਿਆਰਿਆਂ ਅੱਗੇ ਤੇ ਬਾਰ-ਬਾਰ ਝੁਕਣਾ ਚਾਹੀਦਾ। ਝੁਕੀਏ ਗੁਰੂ ਗ੍ਰੰਥ ਸਾਹਿਬ ਜੀ ਅੱਗੇ। ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਅੱਗੇ ਕਿਉਂ ਝੁਕੇ ਜੇ ਤੁਸੀਂ? ਹਾਂਜੀ। ਇਮ ਬਹੁ ਤਰਕਤ ਸੋ ਦਿਨ ਆਇਓ। ਇਸ ਤਰੀਕੇ ਨਾਲ ਬੜੀਆਂ ਤਰਕਾਂ, ਸਾਰਾ ਮੁਸਲਮਾਨ ਜਗਤ ਬਸ ਹਾਹਾਕਾਰ ਹੀ ਕਰੀ ਜਾਂਦਾ ਜੀ। ਤੇ ਸਾਈਂ ਮੀਆਂ ਮੀਰ ਜੀ ਨੂੰ ਨਹੀਂ ਪਰਵਾਹ ਜੀ। ਪਤਾ ਕਿਉਂ? ਉਹ ਤਾਂ ਪਰਮੇਸ਼ਰ ਦੇ ਰੰਗ ਦੇ ਵਿੱਚ ਸਾਧ ਸੰਗਤ ਜੀ ਰਹਿੰਦੇ ਆ। ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਖ ਸੁਆਮੀ। ਸੰਤਨ ਅਬਰ ਨਾ ਕਾਹੂ ਜਾਨੀ। ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਖ ਸੁਆਮੀ। ਕਰਦਿਆਂ ਕਰਦਿਆਂ ਉਹ ਦਿਨ ਆ ਗਿਆ ਜਦੋਂ ਬਾਦਸ਼ਾਹ ਨੇ ਮਿਲਣਾ ਸੀਗਾ ਸਾਈਂ ਮੀਆਂ ਮੀਰ ਜੀ ਨੂੰ। ਹਾਂਜੀ। ਚੱਲਿਓ ਸ਼ਾਹੋ ਲੋਕਨ ਸਿਮਰਾਇਓ। ਜਦੋਂ ਤੁਰਨ ਲੱਗਾ ਨਾ ਬਾਦਸ਼ਾਹ, ਤੇ ਲੋਕਾਂ ਨੇ ਯਾਦ ਕਰਾਇਆ ਵੀ ਉਹ ਸਾਈਂ ਮੀਆਂ ਮੀਰ ਜੀ ਨੂੰ ਪੁੱਛਿਓ ਜ਼ਰੂਰ। ਹਾਂਜੀ। ਗਨ ਉਮਰਾਵਨ ਕੀ ਸੰਗ ਭੀਰ। ਨਾਲ ਬੜੇ ਵਜ਼ੀਰ ਨੇ, ਬੜੀ ਭੀੜ ਹੈ ਉਹਦੇ ਨਾਲ। ਪਹੁੰਚਿਓ ਮੀਆਂ ਮੀਰ ਕੇ ਤੀਰ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਮੀਆਂ ਮੀਰ ਜੀ ਦੀ ਬੈਠਕ ਜਿਹੜੀ ਉਹ ਸਾਦੀ ਜੀ ਹੈ ਸਾਧ ਸੰਗਤ ਜੀ। ਉੱਥੇ ਫਿਰ ਪਹੁੰਚੇ ਜੀ ਉਹ ਜਹਾਂਗੀਰ ਵਾਹਿਗੁਰੂ ਸ਼ਾਹਜਹਾਂ ਆਇਆ ਜੀ ਉੱਥੇ। ਹਾਥ ਜੋਰ ਬੰਧਨ ਕੋ ਕਰਕੇ। ਤੇ ਹੱਥ ਜੋੜੇ ਜੀ, ਹੱਥ ਤੇ ਮੱਥਾ ਟੇਕਿਆ ਜੀ ਸਾਈਂ ਜੀ ਨੂੰ ਜੀ। ਹਾਂਜੀ। ਬੈਠਿਓ ਸ਼ਾਹਜਹਾਂ ਮਦ ਭਰ ਕੇ। ਤੇ ਬੜੀ ਖੁਸ਼ੀ ਦੇ ਨਾਲ ਨਾ ਜੀ ਸ਼ਾਹਜਹਾਂ ਬਾਦਸ਼ਾਹ ਬੈਠ ਗਿਆ। ਥੱਲੇ ਬੈਠਿਆ ਜੀ ਬਾਦਸ਼ਾਹ। ਹਾਂਜੀ। ਬੂਝਤ ਭਇਓ ਮਿਲੇ ਗੁਰ ਹਿੰਦੂ। ਤੇ ਗੱਲਾਂ ਬਾਤਾਂ ਤੋਰੀਆਂ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਹਿੰਦਾ ਜੀ ਹਿੰਦੂਆਂ ਦੇ ਗੁਰੂ ਤੁਹਾਨੂੰ ਮਿਲਣ ਆਏ ਸੀਗੇ। ਨਾਮ ਜਿਨ੍ਹੋ ਸ਼੍ਰੀ ਹਰਗੋਬਿੰਦੂ। ਜਿਨ੍ਹਾਂ ਦਾ ਨਾਮ ਸ਼੍ਰੀ ਹਰਗੋਬਿੰਦ ਸਾਹਿਬ ਹੈ। ਆਪ ਅਦਾਇਬ ਇਤਿਕ ਕੀਨੋ। ਤੇ ਤੁਸੀਂ ਕਿੰਨਾ ਉਹਨਾਂ ਦਾ ਅਦਬ ਕੀਤਾ। ਹਾਂਜੀ। ਸਭ ਹਿਨ ਕੇ ਮਨ ਸੰਸੈ ਭੀਨੋ। ਸਾਰਿਆਂ ਦੇ ਮਨ 'ਚ ਸ਼ੰਕਾ ਆ ਗਿਆ। ਹਾਂਜੀ। ਸੋ ਹਮਰੇ ਸਦੀਵ ਅਨੁਸਾਰੀ। ਵੀ ਉਹ ਤੇ ਸਾਡੇ ਅਨੁਸਾਰੀ ਨੇ। ਹਰਗੋਬਿੰਦ ਸਾਹਿਬ ਤੇ ਸਾਨੂੰ ਮੰਨਦੇ ਆ। ਇਹ ਉਹਦਾ ਭੁਲੇਖਾ ਹੈ। ਆਖੋ ਵਾਹਿਗੁਰੂ। ਜਿਹੜਾ ਬਾਦਸ਼ਾਹ ਕਹਿੰਦਾ ਨਾ ਮਹਾਰਾਜ ਮੇਰੇ ਅਨੁਸਾਰੀ ਨੇ, ਇਹ ਬਾਦਸ਼ਾਹ ਦਾ ਭੁਲੇਖਾ ਸਾਧ ਸੰਗਤ ਜੀ। ਹਾਂਜੀ। ਤੁਮ ਗਮਨੇ ਹਿਤ ਲੀਨ ਆਗਾਰੀ। ਕਹਿਣ ਲੱਗਾ ਉਹ ਸਾਡੇ ਅਨੁਸਾਰ ਰਹਿੰਦੇ ਆ ਤੇ ਤੁਸੀਂ ਉਹਨਾਂ ਨੂੰ ਲੈਣ ਵਾਸਤੇ ਅਗਲਵਾਂਡੀ ਚਲੇ ਗਏ। ਹਾਂਜੀ। ਕਰਹਿ ਬਾਦ ਸਗਲੋ ਤੁਰਕਾਨਾ। ਤੇ ਸਾਰੇ ਤੁਰਕਾਂ ਦੇ ਵਿੱਚ ਝਗੜਾ ਪੈਦਾ ਹੋ ਗਿਆ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਤੁਰਕ ਕਹਿੰਦੇ ਆ ਵੀ ਕਿਉਂ ਮੱਥਾ ਟੇਕਿਆ। ਹਾਂਜੀ। ਹਮਰੇ ਟਿਗਲਾਓ ਜਾਏ ਬਖਾਨਾ। ਤੇ ਸਾਨੂੰ ਸ਼ਿਕਾਇਤ ਲਾਈ ਹੈ ਤੁਹਾਡੀ, ਸਾਨੂੰ ਆਖਿਆ। ਹਾਂਜੀ। ਮੀਆਂ ਮੀਰ ਸੁਨੀ ਇਮਕਾਨਾ। ਉੱਤਰ ਤਤ ਸ਼ਨਕੀਨ ਬਖਾਨਾ। ਸੰਗਤ ਜੀ ਜਦੋਂ ਫਿਰ ਸਾਈਂ ਮੀਆਂ ਮੀਰ ਜੀ ਨੇ ਗੱਲ ਸੁਣੀ ਤੇ ਤਤਕਾਲ ਹੀ ਉੱਤਰ ਦਿੱਤਾ ਜੀ। ਉਸੇ ਵੇਲੇ ਉੱਤਰ ਦਿੱਤਾ ਜੀ। ਜੇਤਕ ਪੀਰ ਅਹੈਂ ਹਮ ਸਾਰੇ। ਵੱਡੇ ਕੇ ਛੋਟੇ ਅਜ਼ਮਤ ਧਾਰੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਫਿਰ ਸੁਣ, ਸ਼ਾਹਜਹਾਂ ਤੇਰੇ ਪਿਤਾ ਨੂੰ ਵੀ ਦੱਸਿਆ ਸੀ, ਜਹਾਂਗੀਰ ਨੂੰ ਵੀ। ਤੈਨੂੰ ਸਾਡੀ ਗੱਲ ਸਮਝ ਤਾਂ ਨਹੀਂ ਆਉਣੀ, ਪਰ ਦੱਸ ਦਿੰਨੇ ਆ। ਕਹਿੰਦਾ ਜ਼ਰੂਰ ਦੱਸੋ। ਕਹਿੰਦੇ ਫਿਰ ਸੁਣ ਲੈ,
ਜਿੰਨੇ ਪੀਰ ਨੇ ਛੋਟੇ ਵੱਡੇ ਮੇਰੇ ਸਮੇਤ ਜਿੰਨੇ ਪੀਰ ਨੇ, ਹਾਂਜੀ, ਜਬ ਦਮ ਕਰਕੇ ਇੱਕ ਬਾਰ, ਤੇ ਜਦੋਂ ਸਮਾਧੀ ਲਾ ਕੇ, ਹਾਂਜੀ, ਪਹੁੰਚੈ ਜਾਏ ਖੁਦਾਏ ਦਰਬਾਰ, ਤੇ ਖੁਦਾ ਦੇ ਦਰਵਾਜ਼ੇ ਦੇ ਅੱਗੇ ਪਹੁੰਚਦੇ ਆ। ਸੁਰਤ ਕਰਕੇ ਜਦੋਂ ਅਸੀਂ ਖੁਦਾ ਦੀ ਬਾਰਗਾਹ ਦੇ ਵਿੱਚ ਪਹੁੰਚਦੇ ਆ, ਉਸ ਦਰਵਾਜ਼ੇ ਦੇ ਅੱਗੇ ਪਹੁੰਚਦੇ ਆ, ਹਾਂਜੀ। ਥਿਰ ਹੈ ਪੌਰ ਪਰ ਸਭ ਤਹਿ ਜਾਹੇ, ਖੁਦਾ ਦੀ ਬਾਰਗਾਹ ਦਾ ਬੜਾ ਵੱਡਾ ਦਰਵਾਜ਼ਾ ਹੈ। ਸਾਧ ਸੰਗਤ ਜੀ, ਇੱਕ ਆ ਸਰੀਰ ਦਾ ਜੀਵਨ, ਇੱਕ ਆਤਮਾ ਦਾ ਜੀਵਨ ਹੈ ਜੀ। ਤੇ ਸਾਈਂ ਮੀਆਂ ਮੀਰ ਜੀ ਪਹੁੰਚ ਵਾਲੇ ਨੇ, ਇਸ ਕਰਕੇ ਆਤਮਾ ਦੀ ਗੱਲ ਕਰ ਰਹੇ ਨੇ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਕਹਿੰਦੇ ਫਿਰ ਜਦੋਂ ਅਸੀਂ ਪਹੁੰਚਦੇ ਆ ਨਾ, ਤੇ ਸਾਰੇ ਪੀਰ ਦਰਵਾਜ਼ੇ ਦੇ ਅੱਗੇ ਬਹਿ ਜਾਂਦੇ ਆ, ਹਾਂਜੀ। ਬੈਠੇ ਹੈ ਮੌਲਾ ਕੀ ਦਰਗਾਹੇ, ਮੌਲਾ ਖੁਦਾ ਦੀ ਦਰਗਾਹ ਦੇ ਦਰਵਾਜ਼ੇ ਦੇ ਅੱਗੇ ਬੈਠ ਜਾਂਦੇ ਆ। ਕਿਤਕ ਸਮੇਂ ਜਬ ਤਹਾਂ ਬਿਤਾਵੇਂ, ਜਦੋਂ ਫਿਰ ਅਸੀਂ ਸੁਰਤ ਕਰਕੇ ਉੱਥੇ ਪਹੁੰਚੇ ਹੁੰਨੇ, ਕੁਝ ਸਮਾਂ ਦਰਵਾਜ਼ੇ ਦੇ ਅੱਗੇ ਬਹਿ ਕੇ ਜਪ ਤਪ ਕਰਦੇ ਆ। ਅੰਤਰ ਤੇ ਤਬ ਇਹ ਚੱਲ ਆਵੇ, ਤੇ ਫਿਰ ਇੱਕਦਮ ਖੁਦਾ ਦੀ ਬਾਰਗਾਹ ਦਾ ਦਰਵਾਜ਼ਾ ਖੁੱਲਦਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਧਿਆਨ ਨਾਲ ਸੁਣਿਓ। ਉੱਥੇ ਫਿਰ ਅੰਦਰ ਜਾਈਦਾ, ਜਿਹੜਾ ਖੁਦਾ ਦਾ ਆਸਣ ਹੈ, ਜਿੱਥੇ ਖੁਦਾ ਨੇ ਬੈਠਣਾ ਹੁੰਦਾ ਹੈ। ਸਾਨੂੰ ਨਹੀਂ ਪਤਾ ਉਹ ਖੁਦ ਖੁਦਾ ਨੇ ਜਾਂ ਖੁਦਾ ਦੇ ਨੂਰ ਨੇ, ਪਰ ਅੰਦਰੋਂ ਜਿਹੜੇ ਸਾਨੂੰ ਬਖਸ਼ਿਸ਼ਾਂ ਦੇਣ ਆਉਂਦੇ ਆ, ਜਿਹੜੇ ਉਸ ਖੁਦਾ ਦੀ ਬਾਰਗਾਹ ਦੀ ਮਾਲਕੀ ਕਰਦੇ ਆ, ਉਹ ਗੁਰੂ ਹਰਗੋਬਿੰਦ ਸਾਹਿਬ ਹੀ ਹਨ। ਕਹਿਣ ਲੱਗੇ ਉਹ ਇਹੋ ਹੀ ਨੇ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਹਾਂਜੀ। ਉਪਰ ਪੌਰ ਦਰੀਚੀ ਸੁੰਦਰ, ਤਹਾਂ ਆਏ ਬੈਠੇ ਇਹ ਅੰਦਰ। ਦਰਵਾਜ਼ੇ ਦੇ ਅੰਦਰ ਬਹੁਤ ਸੋਹਣਾ, ਜਦੋਂ ਅਸੀਂ ਅੰਦਰ ਜਾਂਦੇ ਆਸਣ ਹੁੰਦਾ ਹੈ, ਸੋਹਣੀ ਦਰੀਚੀ ਹੁੰਦੀ ਹੈ, ਉੱਥੇ ਆਸਣ ਲੱਗਾ ਹੁੰਦਾ ਹੈ। ਉਸ ਆਸਣ ਦੇ ਉੱਤੇ ਇਹੋ ਹੀ ਬੈਠਦੇ, ਤੇ ਉਹ ਖੁਦਾ ਦਾ ਆਸਣ ਹੈ। ਹਾਂਜੀ। ਜੋ ਜੋ ਕਾਰਜ ਜਿਸ ਜਿਸ ਹੋਏ, ਸ਼ਾਹਜਹਾਂ ਤੇਰੇ ਵਰਗੇ ਬੰਦੇ ਸਾਡੇ ਕੋਲੋਂ ਮੰਗਾ ਮੰਗਦੇ ਆ। ਜਿਹੜਾ ਜਿਹੜਾ ਕਾਰਜ ਜਿਹਦਾ ਜਿਹਦਾ ਹੁੰਦਾ ਹੈ, ਦੇਖਤ ਅਰਜ਼ ਕਰਤ ਨਿਜ ਸੋਏ। ਤੇ ਸਾਰੇ ਫਿਰ ਇਹਨਾਂ ਅੱਗੇ ਬੇਨਤੀਆਂ ਕਰਦੇ ਨੇ, ਇਹਨਾਂ ਅੱਗੇ ਬੇਨਤੀਆਂ ਕਰਦੇ, ਇਹਨਾਂ ਅੱਗੇ ਝੁਕਦੇ ਆ। ਹਾਂਜੀ। ਬੰਦੈ ਹਾਥ ਬੰਦ ਨਾ ਕਰਹੀ, ਇਹਨਾਂ ਦੇ ਅੱਗੇ ਹੱਥ ਜੋੜਦੇ ਆ, ਤੇ ਇਹਨਾਂ ਦੇ ਅੱਗੇ ਮੱਥਾ ਟੇਕਦੇ ਆ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਹੱਥ ਜੋੜੋ ਤੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਸਾਧ ਸੰਗਤ ਜੀ, ਖੁਦਾ ਦੀ ਦਰਗਾਹ ਦੇ ਮਾਲਕ ਹਨ ਗੁਰੂ ਹਰਗੋਬਿੰਦ ਸਾਹਿਬ ਜੀ। ਇਹ ਕੋਈ ਆਮ ਬੰਦਾ ਨਹੀਂ, ਬ੍ਰਹਮ ਗਿਆਨੀ ਸਾਈਂ ਮੀਆਂ ਮੀਰ ਜੀ ਕਹਿ ਰਹੇ ਨੇ ਜੀ। ਹੁਣ ਮੇਰੇ ਵਰਗੇ ਬੰਦੇ ਦੀ ਪਹੁੰਚ ਹੀ ਨਹੀਂ ਹੈਗੀ, ਤੇ ਆਪਾਂ ਕੀ ਕਹਿ ਸਕਦੇ ਵੀ ਛੱਤ ਤੇ ਕੀ ਪਿਆ ਜੀ। ਜਿਹੜਾ ਛੱਤ ਤੇ ਰਹਿੰਦਾ ਉਹ ਹੀ ਦੱਸ ਸਕਦਾ ਵੀ ਛੱਤ ਤੇ ਕੀ ਪਿਆ ਹੈ। ਜਿਹੜੇ ਰੱਬ ਦੀ ਦਰਗਾਹ 'ਚ ਜਾ ਹੀ ਨਹੀਂ ਸਕਦੇ, ਉਹ ਕੀ ਕਹਿਣਗੇ ਜੀ। ਸਾਈਂ ਮੀਆਂ ਮੀਰ ਜੀ ਜਾਂਦੇ ਆ। ਸਾਈਂ ਮੀਆਂ ਮੀਰ ਜੀ ਨੇ ਸ਼ਾਹਜਹਾਂ ਨੂੰ ਦੱਸ ਦਿੱਤਾ ਜੀ। ਹਾਂਜੀ। ਪਦ ਅਰਬਿੰਦ ਸੋ ਪ੍ਰੇਮ ਨੇ ਹਰਹੀ। ਇਹ ਫਿਰ ਅਸੀਂ ਸਾਰੇ ਇਹਨਾਂ ਦੇ ਚਰਨਾਂ ਵਿੱਚ ਜਾ ਜਾ ਝੁਕਦੇ ਆ, ਇਹਨਾਂ ਦੇ ਚਰਨਾਂ ਕਮਲਾਂ ਨੂੰ ਧਿਆਉਂਦੇ ਆ। ਹਾਂਜੀ। ਸਭ ਕੋ ਹੋਏ ਸੰਸੈ ਤਿਸ ਠੌਰ, ਪਾਕ ਖੁਦਾਏ ਇਹੀ ਕਹਿ ਔਰ। ਹਾਂਜੀ। ਇਸ ਮੂਰਤ ਕੋ ਦਰਸ਼ਨ ਕਰੈ। ਕਹਿੰਦੇ ਸਾਨੂੰ ਸ਼ੰਕਾ ਹੀ ਰਹਿੰਦੀ ਵੀ ਇਹੋ ਹੀ ਖੁਦਾ ਨੇ ਨਾ। ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਸਾਰੇ ਵਿਚਾਰ ਕਰਦੇ, ਹਾਂ ਇਹੋ ਹੀ ਖੁਦਾ ਨੇ। ਇਸ ਮੂਰਤ ਕੋ ਦਰਸ਼ਨ ਕਰੈ। ਇਹਨਾਂ ਦੇ ਹੀ ਦਰਸ਼ਨ ਹੁੰਦੇ ਆ ਸਾਨੂੰ ਉੱਥੇ, ਕਿਸੇ ਹੋਰ ਦੇ ਨਹੀਂ ਹੁੰਦੇ। ਹਾਂਜੀ। ਅਪਰ ਨਹੀਂ ਕੋ ਦ੍ਰਿਸ਼ਟੀ ਪਰੈ। ਹੋਰ ਕੋਈ ਤਾਂ ਉੱਥੇ ਸਾਡੀ ਦ੍ਰਿਸ਼ਟੀ ਨਹੀਂ ਪੈਂਦਾ, ਹੋਰ ਕੋਈ ਨਹੀਂ ਸਾਨੂੰ ਉੱਥੇ ਵੇਖਦਾ। ਜੇ ਵੇਖਦੇ ਨੇ ਤੇ ਕੇਵਲ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੁੰਦੇ ਆ। ਹਾਂਜੀ। ਜਾਂ ਤੇ ਜਾਨਨ ਹਾਰ ਜੇ ਤਹਾਂ। ਹਾਂਜੀ। ਕੌਣ ਨਾ ਕਰੈ ਅਦਾਇਬ ਮਹਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ।
ਇਸ ਕਰਕੇ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਇੰਨੀ ਮਿਹਨਤ ਕਰੀਦੀ ਹੈ, ਬੰਦਗੀ ਕਰੀਦੀ ਹੈ, ਤੇ ਫਿਰ ਖੁਦਾ ਦੀ ਬਾਰਗਾਹ 'ਚ ਪਹੁੰਚੀਦਾ ਹੈ। ਤੇ ਜੇ ਉਹ ਇੱਥੇ ਆ ਕੇ ਦਰਸ਼ਨ ਦੇ ਰਹੇ ਤੇ ਅਸੀਂ ਕਿਉਂ ਨਹੀਂ ਉਹਨਾਂ ਦਾ ਸਤਿਕਾਰ ਕਰਾਂਗੇ? ਜਿਹਨੂੰ ਪਤਾ ਲੱਗ ਗਿਆ ਇਹੋ ਹੀ ਖੁਦਾ ਨੇ, ਉਹ ਕਿਉਂ ਨਹੀਂ ਉਹਨਾਂ ਦਾ ਸਤਿਕਾਰ ਕਰੇਗਾ? ਹਾਂਜੀ, ਇਹੀ ਬੈਠ ਕਰਤੇ ਬਖਸ਼ੀਸ਼। ਸ਼ਾਹਜਹਾਂ ਖੁਦਾ ਦੀ ਬਾਰਗਾਹ ਦੇ ਵਿੱਚ ਸਾਡੇ ਤੇ ਇਹੋ ਹੀ ਬਖਸ਼ਿਸ਼ਾਂ ਕਰਦੇ ਨੇ। ਕਿਸ ਕੀ ਕਿਹੇ ਸੋ ਪੁੱਜੈ ਨਾ ਰੀਸ। ਇਸ ਕਰਕੇ ਇਹਨਾਂ ਦੀ ਰੀਸ ਨਹੀਂ ਕੋਈ ਕਰ ਸਕਦਾ। ਹਾਂਜੀ, ਜਿਸ ਪਰ ਕਿਰਪਾ ਦ੍ਰਿਸ਼ਟ ਇਹ ਧਰੈ। ਫਿਰ ਉੱਪਰ ਜਾਇਆ ਤੇ ਜਿਹਦੇ ਤੇ ਇਹ ਮਿਹਰ ਦੀ ਦ੍ਰਿਸ਼ਟੀ ਕਰ ਦਿੰਦੇ ਆ ਨਾ, ਜਿਹਦੇ ਤੇ ਬਖਸ਼ਿਸ਼ ਕਰ ਦਿੰਦੇ ਆ, ਮਨ ਭਾਵਤ ਤਿਸ ਬਖਸ਼ਿਸ਼ ਕਰੈ। ਤੇ ਬਸ ਫਿਰ ਉਹਦੇ ਤੇ ਮਨ ਭਾਉਂਦੀਆਂ ਹੀ ਬਖਸ਼ਿਸ਼ਾਂ ਕਰਦੇ ਆ। ਜਿਹਨੂੰ ਚਾਹਣ ਜੋ ਮਰਜ਼ੀ ਚਾਹਣ ਦੇ ਸਕਦੇ ਨੇ, ਇਹ ਸਮਰੱਥ ਨੇ। ਹਾਂਜੀ, ਜਿਉ ਧਨਾਰਥੀ ਤੋਰ ਅਗਾਰੀ, ਬਨੇ ਦੀਨ ਕਹਿ ਬਚ ਅਨੁਸਾਰੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਜਿਵੇਂ ਧਨ ਦੇ ਲੋੜਵੰਦ ਤੁਹਾਡੇ ਅੱਗੇ ਦੀਨ ਬਣਦੇ ਨਾ, ਬਾਦਸ਼ਾਹ ਜੇ ਕਿਸੇ ਨੂੰ ਮਾਇਆ ਚਾਹੀਦੀ ਹੋਵੇ ਤਾਂ ਤੇਰੇ ਤਰਲੇ ਕੱਢਦਾ ਹੈ। ਹਾਂਜੀ, ਤਿਉ ਇਨ ਤੇ ਲਹਿਬੇ ਹਿਤ ਦਾਤ, ਖਰੇ ਅਨੇਕ ਬ੍ਰਿੰਦ ਬਿਲ ਲਾਤ। ਇਸੇ ਤਰ੍ਹਾਂ ਜਿਵੇਂ ਤੇਰੇ ਅੱਗੇ ਲੱਖਾਂ ਲੋਕ ਮਾਇਆ ਲੈਣ ਦੇ ਤਰਲੇ ਕੱਢਦੇ ਆ, ਰੱਬ ਦੀ ਦਰਗਾਹ ਦੇ ਵਿੱਚ ਹਜ਼ਾਰਾਂ ਪੀਰ ਫਕੀਰ ਦਾਤਾਂ ਲੈਣ ਵਾਸਤੇ ਇਹਨਾਂ ਦੇ ਅੱਗੇ ਹੀ ਤਰਲੇ ਕੱਢਦੇ ਆ। ਸਾਧ ਸੰਗਤ ਜੀ, ਹੁਣ ਦਰਗਾਹ ਦੇ ਮਾਲਕ ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਜੀ। ਕਿਉਂ? ਇਹ ਸਾਈਂ ਮੀਆਂ ਮੀਰ ਜੀ ਨੇ ਪਹਿਲਾਂ ਵੀ ਕੁੰਡੀ ਖੋਲ੍ਹੀ ਸੀਗੀ, ਜਹਾਂਗੀਰ ਨੂੰ ਦੱਸਿਆ ਸੀ। ਜਹਾਂਗੀਰ ਜਿਹੜਾ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਬੈਠਦਾ ਹੈ, ਉਹ ਇੱਥੋਂ ਦਾ ਵੀ ਮਾਲਕ ਹੁੰਦਾ, ਉਹ ਸੱਚਖੰਡ ਦਾ ਵੀ ਮਾਲਕ ਹੁੰਦਾ ਹੈ ਜੀ। ਹੱਥ ਜੋੜੀਏ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹੁਣ ਲੋਕਾਂ ਦੇ ਭਾਗ ਹੀ ਨਹੀਂ ਇੰਨੇ ਹੈਗੇ ਜੀ, ਉਹ ਸੱਚਖੰਡ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੈਠਣ, ਸਤਿਗੁਰੂ ਜੀ ਦੇ ਦਰਸ਼ਨ ਕਰਨ, ਇੰਨੇ ਭਾਗ ਹੀ ਨਹੀਂ ਹੈਗੇ ਜੀ। ਤੇ ਇਹ ਵੀ ਸਾਡੇ ਤੇ ਗੁਰੂ ਜੀ ਦਾ ਤਰਸ ਹੀ ਹੈ, ਜਿਹੜਾ ਸਾਨੂੰ ਮਹਾਰਾਜ ਨੇ ਬਿਠਾਇਆ ਹੋਇਆ ਜੀ, ਬਿਠਾਇਆ ਹੋਇਆ। ਵੇਖ ਲਓ, ਸਾਈਂ ਮੀਆਂ ਮੀਰ ਜੀ ਸਪਸ਼ਟ ਗੱਲਾਂ ਕਰ ਰਹੇ ਆ। ਕਹਿੰਦੇ ਜਿਵੇਂ ਤੇਰੇ ਅੱਗੇ ਲਾਈਨ ਲੱਗੀ ਰਹਿੰਦੀ ਮੰਗਣ ਵਾਲਿਆਂ ਦੀ, ਉਵੇਂ ਉਹਨਾਂ ਦੇ ਅੱਗੇ ਅਸੀਂ ਮੰਗਣ ਵਾਲੇ ਹੈਗੇ। ਕਹਿਣ ਲੱਗੇ ਉਹ ਦਾਤੇ ਨੇ ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਕਹੋ ਜਗ ਮੈਂ ਅਸ ਹੈ ਅਬ ਕੌਣ। ਹੁਣ ਦੱਸ ਵੀ ਜਗਤ ਵਿੱਚ ਇਹੋ ਜਿਹਾ ਹੋਰ ਕੋਈ ਹੈਗਾ? ਕਹਿਣ ਲੱਗੇ ਹਾਂਜੀ, ਤੁਝ ਪਿਖ ਆਦਰ ਕਰਹਿ ਨਾ ਜਾਨ। ਇਹੋ ਜਿਹਾ ਜਗਤ ਵਿੱਚ ਕਿਹੜਾ ਹੈਗਾ ਜਿਹੜਾ ਤੇਰੀ ਇੱਜ਼ਤ ਨਾ ਕਰੇ? ਕਿਉਂ? ਤੂੰ ਬਾਦਸ਼ਾਹ ਹੈ, ਤੇਰੀ ਸਾਰੇ ਇੱਜ਼ਤ ਕਰਦੇ ਆ। ਹਾਂਜੀ, ਕਿਉਂ ਖੁਦਾਏ ਕੇ ਪ੍ਰੇਮੀ ਜੋਏ। ਇਸੇ ਤਰ੍ਹਾਂ ਜਿਹੜੇ ਖੁਦਾ ਦੇ ਪ੍ਰੇਮੀ ਨੇ, ਜਿਹੜੇ ਰੱਬ ਦੇ ਘਰ ਨੂੰ ਮੰਨਣ ਵਾਲੇ ਆ, ਇਨ ਪੱਗ ਖਾਕ ਧਰਹਿ ਸਿਰ ਸੋਏ। ਇਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਧੂੜ। ਜਿਵੇਂ ਲੋਕ ਤੈਨੂੰ ਨਮਸਕਾਰਾਂ ਕਰਦੇ ਆ, ਰੱਬ ਦੇ ਪ੍ਰੇਮੀ ਇਹਨਾਂ ਨੂੰ ਨਮਸਕਾਰਾਂ ਕਰਦੇ, ਇਹਨਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਉਂਦੇ। ਕਿਉਂ? ਇਹ ਬੜੇ ਵੱਡੇ ਨੇ, ਇਹ ਖੁਦ ਖੁਦਾ ਨੇ, ਇਹ ਪਰਮੇਸ਼ਰ ਹਨ। ਆਪਾਂ ਵੀ ਸਾਰੇ ਕਹੀਏ ਗੁਰੂ ਹਰਗੋਬਿੰਦ ਸਾਹਿਬ ਸਾਡੇ ਪਰਮੇਸ਼ਰ ਹਨ ਜੀ। ਹਾਂਜੀ, ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੱਜ ਕੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ,
ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਸਤਿਗੁਰ ਪਰਮੇਸ਼ਰ ਮੇਰਾ। ਕਹਿੰਦੇ ਫਿਰ ਇਹਨਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਉਂਦੇ ਰੱਬ ਦੇ ਪਿਆਰੇ। ਕਿੱਡੇ ਵੱਡੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ, ਤੁਮ ਸੰਸਾਰੀ ਜਿਉ ਉਰ ਭਾਵੈ। ਬਾਕੀ ਤੁਸੀਂ ਸੰਸਾਰੀ ਲੋਕ ਹੋ ਕਹਿਣ ਲੱਗੇ, ਜਿਵੇਂ ਤੁਹਾਨੂੰ ਚੰਗਾ ਲੱਗਦਾ ਤਿਉ ਵਰਤੋ ਨਹਿ ਕੋ ਉਲਟਾਵੈ। ਤੁਸੀਂ ਉਵੇਂ ਉਲਟੋ, ਤੁਹਾਨੂੰ ਉਵੇਂ ਵਰਤੋ। ਤੁਹਾਨੂੰ ਰੋਕਿਆ ਕਹਿੰਦੇ? ਤੁਹਾਨੂੰ ਕੋਈ ਰੋਕੇਗਾ ਥੋੜੀ। ਸਾਨੂੰ ਪਤਾ ਗੁਰੂ ਹਰਗੋਬਿੰਦ ਸਾਹਿਬ ਕੀ ਨੇ। ਸਾਧ ਸੰਗਤ ਜੀ, ਹੀਰੇ ਦੀ ਕਦਰ ਜਿਹੜੀ ਆ ਉਹ ਹਰ ਇੱਕ ਕੋਲ ਨਹੀਂ ਹੁੰਦੀ। ਪਾਰਸ ਨੂੰ ਹਰ ਕੋਈ ਨਹੀਂ ਪਛਾਣਦਾ, ਹੀਰੇ ਨੂੰ ਜੌਹਰੀ ਜਾਣਦਾ ਹੈ ਜੀ। ਉਹ ਤੁਸੀਂ ਸੁਣੀ ਸੀ ਨਾ ਗੁਰੂ ਨਾਨਕ ਸਾਹਿਬ ਜੀ ਦੀ ਕਥਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਲ ਕੱਢਿਆ ਜੀ ਥੱਲੋਂ ਧਰਤੀ ਤੇ, ਆਖਿਆ ਮਰਦਾਨਿਆਂ ਦੇ ਦੇ। ਸਬਜ਼ੀ ਵੇਚਣ ਵਾਲੇ ਕੋਲ ਮਰਦਾਨਾ ਜੀ ਗਏ ਤੇ ਉਹ ਕਹਿੰਦਾ 2 ਮੂਲੀਆਂ ਲੈ ਲਾ। ਉਹਨੂੰ ਸਮਝ ਨਹੀਂ ਹੈਗੀ। ਸ਼ਾਹਜਹਾਂ ਕਹਿੰਦਾ ਮੈਂ ਸੰਸਾਰੀ ਬੰਦਾ, ਉਹ ਤੇ ਸਾਡੇ ਨਾਲ ਵਿਚਰਦੇ ਆ। ਸਾਈਂ ਮੀਆਂ ਮੀਰ ਜੀ ਕਹਿੰਦੇ ਜਿਵੇਂ ਤੂੰ ਵਰਤਣਾ ਵਰਤ। ਉਹ ਸਬਜ਼ੀ ਵਰਗਾ ਜਿਹੜਾ ਲਾਲ ਦੇ ਬਦਲੇ 2 ਮੂਲੀਆਂ ਦੇ ਰਿਹਾ ਸੀਗਾ ਜੀ। ਜਦੋਂ ਜੌਹਰੀ ਦੇ ਕੋਲ ਗਏ, ਉਸ ਜ਼ਮਾਨੇ ਦਾ 100 ਰੁਪਈਆ ਰੱਖ ਕੇ ਜੌਹਰੀ ਨੇ ਮੱਥਾ ਟੇਕਿਆ ਜੀ ਲਾਲ ਨੂੰ ਜੀ। ਕਹਿੰਦਾ ਕੀਮਤ ਤੇ ਦਿੱਤੀ ਨਹੀਂ ਜਾ ਸਕਦੀ, ਇਹ ਇਹਦੀ ਦਰਸ਼ਨੀ ਭੇਟਾ ਰੱਖ ਲੈ। ਕਿਉਂ? ਜੌਹਰੀ ਨੂੰ ਲਾਲ ਦੀ ਪਛਾਣ ਸੀਗੀ ਜੀ। ਮਹਾਰਾਜ ਬਾਣੀ 'ਚ ਲਿਖਦੇ ਜੀ, ਰਤਨਾਂ ਦਾ ਪਾਰਖੂ ਹੋਏਗਾ ਉਹ ਪਰਖ ਕਰੇਗਾ, ਦੂਜਾ ਪਰਖ ਨਹੀਂ ਕਰ ਸਕਦਾ। ਸਾਧ ਸੰਗਤ ਜੀ ਆਖੋ ਵਾਹਿਗੁਰੂ। ਦੂਜਾ ਕੀ ਪਰਖ ਕਰੇਗਾ ਜੀ? ਦੂਸਰੇ ਨੂੰ ਕੀ ਪਤਾ ਹੈ ਜੀ? ਇਹ ਤਾਂ ਜਿਹੜਾ ਪਾਰਖੂ ਹੈ, ਪਾਰਖੂ ਨੂੰ ਹੀ ਪਤਾ ਸਾਰੀ ਗੱਲ ਦਾ ਜੀ। ਕਹਿਣ ਲੱਗੇ ਤੁਸੀਂ ਸੰਸਾਰੀ ਹੋ, ਜਿਵੇਂ ਵਰਤਣਾ ਵਰਤੋ। ਹਾਂਜੀ, ਔਰ ਖੁਦਾਏ ਕੀ ਖਬਰ ਨਾ ਕੋਏ, ਹਾਂਜੀ। ਨਹਿ ਜਾਨੋ ਆਗੇ ਕਿਆ ਹੋਏ। ਤੁਹਾਡੇ ਹਿਰਦੇ 'ਚ ਕਿਹੜੀ ਕੋਈ ਖੁਦਾ ਦਾ ਪ੍ਰੇਮ ਹੈ? ਤੁਹਾਨੂੰ ਪਤਾ ਹੀ ਨਹੀਂ ਹੈ ਅੱਗੇ ਜਾ ਕੇ ਕਿਹੜਾ ਵਰਤਾਰਾ ਵਰਤਣਾ ਜੀ। ਹਾਂਜੀ, ਹਿੰਦੂ ਤੁਰਕ ਬਾਦ ਕੇ ਸਾਧ, ਪਚ ਪਚ ਮਰੈ ਖੁਦਾਏ ਨਾ ਯਾਦ। ਆਖੋ ਵਾਹਿਗੁਰੂ। ਤੇ ਫਿਰ ਸਾਈਂ ਮੀਆਂ ਮੀਰ ਜੀ ਨੇ ਪਰਵਾਹ ਨਹੀਂ ਕੀਤੀ ਸ਼ਾਹਜਹਾਂ ਦੀ, ਸਿੱਧੀਆਂ ਹੀ ਗੱਲਾਂ ਆਖੀਆਂ। ਕਹਿੰਦਾ ਤੁਸੀਂ ਤੇ ਹਿੰਦੂ ਤੇ ਮੁਸਲਮਾਨ ਦੇ ਝਗੜੇ 'ਚ ਹੀ ਲੜ ਲੜ ਕੇ ਮਰ ਜਾਣਾ। ਕਹਿਣ ਲੱਗਾ ਪਚ ਪਚ ਮਰਹਿ ਖੁਦਾਏ ਨਾ ਯਾਦ। ਤੁਸੀਂ ਇਹਨਾਂ ਝਗੜਿਆਂ 'ਚ ਲੜ ਲੜ ਕੇ ਮਰ ਜਾਣਾ ਤੇ ਖੁਦਾ ਨੂੰ ਚੇਤੇ ਨਹੀਂ ਕਰਨਾ। ਕਰਹਿ ਸਾਹਿਬੀ 4 ਦਿਵਸ ਕੀ, 4 ਦਿਨਾਂ ਦੀ ਮਾਲਕੀ ਕਰਨੀ ਤੁਸੀਂ, 4 ਦਿਨਾਂ ਦੀ। ਹਾਂਜੀ, ਸਦਾ ਲਾਲਸਾ ਵਿਸ਼ਯਨ ਰਸ ਕੀ। ਤੇ 4 ਦਿਨਾਂ ਦੀ ਮਾਲਕੀ ਵਿੱਚ ਵੀ ਵਿਸ਼ੇ ਵਿਕਾਰ ਭੋਗਣ ਦੀ ਲਾਲਸਾ ਰਹਿਣੀ। ਕਹਿਣ ਲੱਗੇ ਛਿਨ ਭਰ ਮੌਲਾ ਯਾਦ ਨਾ ਕੋਏ। ਇੱਕ ਖਿੰਨ ਵੀ ਕਹਿਣ ਲੱਗੇ ਤੁਸੀਂ ਮੌਲਾ ਨੂੰ, ਖੁਦਾ ਨੂੰ ਯਾਦ ਨਹੀਂ ਕਰਦੇ। ਤਰ ਕਹੋ ਮਿਲੇ ਰਹਿ ਨਿਤ ਜੋਏ। ਆਖੋ ਵਾਹਿਗੁਰੂ। ਵਾਹਿਗੁਰੂ। ਤਰ ਕਹੋ ਮਿਲੇ ਰਹਿ ਨਿਤ ਜੋਏ। ਕਹਿਣ ਲੱਗੇ ਤਰਕਦੇ ਹੀ ਰਹਿੰਦੇ, ਤਰਕਾਂ ਹੀ ਕਰਦੇ ਰਹਿੰਦੇ ਉਸ ਖੁਦਾ ਦੇ ਉੱਤੇ। ਹਾਂਜੀ, ਸਿਆਣੇ ਇਸ ਕੋ ਕਹੈ ਨਾ ਨੀਕੀ। ਸ਼ਾਹਜਹਾਂ ਸੁਣ ਲੈ, ਖੁਦਾ ਨੂੰ ਮੰਨਣ ਵਾਲੇ ਸਿਆਣੇ ਪੁਰਸ਼ ਇਹਨੂੰ ਚੰਗਾ ਨਹੀਂ ਕਹਿੰਦੇ। ਕਹੈ ਜੋ ਇਮ ਤਿਨ ਕੀ ਮਤ ਫੀਕੀ। ਜਿਹੜੇ ਕਹਿੰਦੇ ਆ ਸਮਝੋ ਉਹਨਾਂ ਦੀ ਮੱਤ ਘੱਟ ਹੈ। ਜਿਹੜੇ ਕਹਿੰਦੇ ਆ ਹਿੰਦੂ ਆ ਮੁਸਲਮਾਨ ਝਗੜਾ ਕਰੋ, ਸਾਈਂ ਮੀਆਂ ਮੀਰ ਕਹਿੰਦੇ ਸਮਝੋ ਹੌਲੇ ਬੰਦੇ ਹੈਗੇ ਆ। ਜਪਣਾ ਤੇ ਖੁਦਾ ਨੂੰ ਸੀਗਾ। ਅੱਜ ਵੀ ਇਹੋ ਹਾਲ ਹੈਗਾ ਜੀ। ਅੱਜ ਵੀ ਸ਼ਾਹਜਹਾਂ ਦੀ ਫੌਜ ਬੜੀ ਹੈ, ਸਿੱਖਾਂ ਵਿੱਚ ਵੀ ਹੈਗੀ ਆ। ਉਹ ਕਹਿੰਦੇ ਹਿੰਦੂ ਅੱਖਾਂ ਤੋਂ ਨਹੀਂ ਵਿਖਣਾ ਚਾਹੀਦਾ। ਉਹ ਗੁਰੂ ਦਾ ਸਿੱਖ ਨਹੀਂ ਹੈਗਾ। ਸਾਧ ਸੰਗਤ ਜੀ, ਜਿਹੜਾ ਇਹ ਕਵੇ ਹਿੰਦੂ ਅੱਖਾਂ ਤੋਂ ਨਹੀਂ ਵਿਖਣਾ ਚਾਹੀਦਾ, ਜਿਹੜਾ ਹਿੰਦੂ ਕਹਿੰਦਾ ਸਿੱਖ ਨਾ ਵਿਖੇ, ਉਹ ਹਿੰਦੂ ਨਹੀਂ ਹੈਗਾ। ਸਾਧ ਸੰਗਤ ਜੀ, ਰੱਬ ਨੂੰ ਨਹੀਂ ਮੰਨਣ ਵਾਲੇ ਉਹ ਹੈਗੇ ਜੀ।
ਨਹਿ ਦਰਗਾਹ ਬਿਖੈ ਤਿਸ ਢੋਈ। ਵੇਖ ਲਓ ਸਾਈਂ ਮੀਆਂ ਮੀਰ ਜੀ ਕਹਿੰਦੇ ਇਹੋ ਜਿਹੇ ਬੰਦਿਆਂ ਨੂੰ ਰੱਬ ਦੀ ਦਰਗਾਹ ਵਿੱਚ ਥਾਂ ਮਿਲਦੀ ਨਹੀਂ ਜੀ। ਤੇ ਰੱਬ ਦੀ ਦਰਗਾਹ ਵਿੱਚ ਜੇ ਜਗ੍ਹਾ ਨਹੀਂ ਮਿਲਣੀ ਤੇ ਫਿਰ ਕਿਹੜੀ ਥਾਂ ਤੇ ਮਿਲਦੀ ਭਲਾ। ਹਾਂਜੀ, ਦੋਜ਼ਖ ਕੀ ਸਜਾਏ ਲਹਿ ਸੋਈ। ਦੋਜ਼ਖ ਕਹਿੰਦੇ ਨਰਕਾਂ ਨੂੰ। ਸਾਈਂ ਮੀਆਂ ਮੀਰ ਕਹਿੰਦੇ ਸ਼ਾਹਜਹਾਂ ਸੁਣ ਲੈ, ਤੇਰੇ ਵਰਗੇ ਤੇ ਇਹੋ ਜਿਹੇ ਬੰਦੇ ਫਿਰ ਨਰਕਾਂ ਵਿੱਚ ਹੀ ਜਾਂਦੇ ਹੀ ਕਹਿਣ ਲੱਗੇ। ਹੋਰ ਕੋਈ ਪੀਰ ਫਕੀਰ ਹੁੰਦਾ ਉੱਤੋਂ ਉੱਤੋਂ ਉਹ ਸ਼ਾਹਜਹਾਂ ਦਾ ਪਾਣੀ ਭਰਦਾ ਜੀ, ਸ਼ਾਹਜਹਾਂ ਦੀਆਂ ਤਾਰੀਫਾਂ ਕਰਦਾ। ਸਾਈਂ ਮੀਆਂ ਮੀਰ ਅੰਦਰੋਂ ਜੁੜਿਆ, ਉਹਨੇ ਸੱਚ ਦਾ ਸਾਥ ਦਿੱਤਾ, ਉਹਨੇ ਝੂਠ ਦਾ ਨਹੀਂ ਦਿੱਤਾ ਜੀ। ਪਰ ਹੁਣ ਕਰੀਏ ਕਿ ਇੱਥੇ ਤੇ ਹਰ ਕੋਈ ਆਪਣੇ ਆਪ ਨੂੰ ਸੱਚਾ ਸਮਝੀ ਬੈਠਾ ਹੈ। ਉਹ ਕਹਿੰਦੇ ਸੱਚੇ ਹੀ ਅਸੀਂ ਆ, ਦੂਜੇ ਤੇ ਝੂਠੇ ਨੇ। ਬਹੁਤ ਬਹੁਤ ਸਾਧ ਸੰਗਤ ਜੀ ਦੁਨੀਆ ਦੇ ਉੱਤੇ ਤੁਸੀਂ ਅਹਿਸਾਨ ਕਰੋ, ਭਾਵੇਂ ਮਾਇਆ ਖਰਚ ਦਿਓ ਜਾਂ ਇਹਨਾਂ ਦਾ ਭਲਾ ਕਰ ਦਿਓ, ਫਿਰ ਇਹੋ ਹੀ ਕਹਿਣਗੇ ਜੀ ਅਸੀਂ ਸੱਚੇ, ਇਹ ਝੂਠੇ ਹੈਗੇ ਨੇ ਜੀ। ਨਿਸ਼ੁਕਰਾ ਬੰਦਾ ਰੱਬ ਨੂੰ ਪ੍ਰਵਾਨ ਨਹੀਂ ਹੈਗਾ ਜੀ। ਆਖੋ ਜਿਹੜਾ ਸ਼ੁਕਰਾਨਾ ਹੀ ਨਹੀਂ ਕਰਦਾ ਜੀ, ਕਿਸੇ ਦਾ ਅਹਿਸਾਨ ਭੁੱਲ ਜਾਵੇ, ਉਹ ਬੰਦਾ ਰੱਬ ਨੂੰ ਪ੍ਰਵਾਨ ਹੀ ਨਹੀਂ ਹੈਗਾ ਜੀ। ਇੱਥੇ ਤਾਂ ਸਮਝਦੇ ਅਸੀਂ ਸੱਚੇ ਹਾਂ, ਸਾਰੇ ਝੂਠੇ ਨੇ। ਤੇ ਪਿਆਰਿਓ ਨਰਕਾਂ 'ਚ ਹੀ ਸਜ਼ਾ ਮਿਲਣੀ, ਨਰਕਾਂ 'ਚ ਹੀ। ਸਾਈਂ ਮੀਆਂ ਮੀਰ ਜੀ ਨੇ ਪ੍ਰਵਾਹ ਨਹੀਂ ਕੀਤੀ ਸ਼ਾਹਜਹਾਂ ਦੀ ਜੀ, ਸੱਚ ਦਾ ਸਾਥ ਦਿੱਤਾ ਜੀ, ਵੀ ਸੱਚ ਇਹ ਹੈਗਾ ਜੀ। ਹਾਂਜੀ, ਪੀਰ ਪ੍ਰਤਾਪਵੰਤ ਕੇ ਬੈਨ, ਸੁਨੇ ਸਭਨ ਨੀਚੇ ਕੀਏ ਨੈਣ। ਹੁਣ ਪੀਰ ਜੀ ਪ੍ਰਤਾਪੀ ਸਨ ਜੀ, ਉਹਨਾਂ ਦਾ ਤੇਜ ਪ੍ਰਤਾਪ ਸੀਗਾ, ਭਜਨ ਕਰਦੇ ਸੀਗੇ, ਸੁਣ ਕੇ ਅੱਖਾਂ ਨੀਵੀਆਂ ਕਰ ਰਹੀਆਂ ਜੀ ਸ਼ਾਹਜਹਾਂ ਨੇ ਜੀ। ਚੇਲਿਆਂ ਨੇ ਵੀ ਅੱਖਾਂ ਨੀਵੀਆਂ ਕਰ ਲਈਆਂ ਜੀ। ਹਾਂਜੀ, ਰੱਬ ਦਾ ਪਿਆਰਾ ਸੱਚ ਦਾ ਹੀ ਸਾਥ ਦਿੰਦਾ ਹੈ ਜੀ। ਹਾਂਜੀ, ਸਨਮੁਖ ਪਿਖ ਨਹਿ ਉੱਤਰ ਦੀਨਾ, ਕੋਈ ਮੁੜ ਉੱਤਰ ਨਹੀਂ ਦੇ ਸਕਿਆ ਜੀ ਸਾਈਂ ਮੀਆਂ ਮੀਰ ਜੀ ਨੂੰ। ਕਰੀ ਮੌਨ ਮਨ ਜਾਨ ਪਰਬੀਨਾ, ਸਾਰੇ ਚੁੱਪ ਹੀ ਕਰ ਗਏ ਜੀ, ਚੁੱਪ ਕਰ ਗਏ ਜੀ। ਹਾਂਜੀ, ਮੀਆਂ ਮੀਰ ਧੀਰ ਪੁੰਨ ਕਹਿਓ। ਫਿਰ ਮੀਆਂ ਮੀਰ ਜੀ ਨੇ ਧੀਰਜ ਨਾਲ ਸਾਰਿਆਂ ਨੂੰ ਕਿਹਾ, ਨਹੀਂ ਮਹਾਤਮ ਤੁਮਨੇ ਲਹਿਓ। ਉਹ ਭਾਈ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਹਾਤਮ ਜਾਣ ਹੀ ਨਹੀਂ ਸਕਦੇ। ਆਖੋ ਵਾਹਿਗੁਰੂ। ਤੁਹਾਨੂੰ ਸਮਝ ਹੀ ਨਹੀਂ ਹੈਗੀ ਵੀ ਗੁਰੂ ਹਰਗੋਬਿੰਦ ਸਾਹਿਬ ਕੌਣ ਨੇ। ਮੈਂ ਅੱਗੇ ਇੱਕ ਦਿਨ ਬੇਨਤੀ ਕੀਤੀ ਸੀ, ਸਾਧੂ ਤੋਂ ਮਹਾਤਮਾ ਤੋਂ ਚਾਰ ਤਰੀਕੇ ਦੇ ਬੰਦੇ ਫਾਇਦਾ ਨਹੀਂ ਉਠਾਉਂਦੇ। ਪਰਿਵਾਰ ਵਾਲੇ ਫਾਇਦਾ ਨਹੀਂ ਚੁੱਕਦੇ, ਉਹ ਕਹਿੰਦੇ ਸਾਡਾ ਹੀ ਹੈ, ਉਹਨੂੰ ਨਹੀਂ ਕਦਰ ਨਹੀਂ ਹੁੰਦੀ। ਇੱਕ ਉਹ ਬੰਦੇ ਜਿਨ੍ਹਾਂ ਦੇ ਸਾਹਮਣੇ ਸਾਧੂ ਵੱਡੇ ਹੋਏ ਹੋਣ, ਉਹ ਕਹਿੰਦੇ ਲੈ ਕੱਲ੍ਹ ਦੀਆਂ ਗੱਲਾਂ, ਨਿੱਕਾ ਜਿਹਾ ਸੀ। ਇਹੋ ਜਿਹੇ ਬੰਦੇ ਵੀ ਖਾਲੀ ਰਹਿ ਜਾਂਦੇ ਜੀ। ਨਾਲ ਦੇ ਦੋਸਤ ਉਹ ਵੀ ਫਾਇਦਾ ਨਹੀਂ ਉਠਾਉਂਦੇ ਜੀ। ਦੁਸ਼ਮਣੀ ਕਰਨ ਵਾਲਾ ਤੇ ਫਾਇਦਾ ਪਾਉਂਦਾ ਹੀ ਨਹੀਂ ਨਾ ਜੀ। ਬੜੇ ਬੜੇ ਸਾਧੂਆਂ ਨੂੰ ਖੁਦ ਗੁਰੂ ਗੋਬਿੰਦ ਸਿੰਘ ਜੀ ਨੂੰ ਅਗਲਿਆਂ ਦੁਸ਼ਮਣ ਸਮਝੀ ਰੱਖਿਆ ਆਪਣਾ ਜੀ। ਸੋ ਸਾਈਂ ਮੀਆਂ ਮੀਰ ਕਹਿੰਦੇ ਤੁਸੀਂ ਮਹਾਤਮ ਨਹੀਂ ਜਾਣਿਆ। ਮਹਾਰਾਜ ਸਾਈਂ ਮੀਆਂ ਮੀਰ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਕੀ ਨੇ? ਸ਼ਾਹਜਹਾਂ ਤੈਨੂੰ ਪਤਾ ਹੀ ਨਹੀਂ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ਼ਕਤ ਆਨੰਦ ਧਰਤ ਸਮਰੱਥ। ਸ਼ਕਤ ਅਨੰਤ ਧਰਤ ਸਮਰੱਥ। ਉਹਨਾਂ ਕੋਲ ਅਨੰਤ ਹੀ ਸ਼ਕਤੀ ਹੈ, ਬਹੁਤੀ ਵੱਡੀ ਸ਼ਕਤੀ ਹੈ। ਭੰਜਨ ਘੜਨ ਜਿਨ੍ਹੋਂ ਕੇ ਹੱਥ। ਜੋ ਚਾਹੁਣ ਉਹ ਕਰ ਸਕਦੇ ਹੈ। ਭੰਜਨ ਘੜਨ, ਜਿਹਨੂੰ ਮਰਜ਼ੀ ਭੰਨ ਵੀ ਸਕਦੇ ਆ ਤੇ ਜਿਹਨੂੰ ਮਰਜ਼ੀ ਬਣਾ ਵੀ ਸਕਦੇ ਆ ਜੀ। ਹਾਂਜੀ, ਤਉ ਮਾਨਵੀ ਲੀਲਾ ਧਾਰੈ। ਪਰਮੇਸ਼ਰ ਹੋ ਕੇ ਮਨੁੱਖਾਂ ਵਾਲੇ ਕੰਮ ਕਰ ਰਹੇ ਨੇ, ਮਨੁੱਖਾਂ ਦੀ ਤਰ੍ਹਾਂ ਰਹਿ ਰਹੇ। ਸੰਗਤ ਜੀ ਇੱਥੇ ਤੇ ਥੋੜੀ ਜਿਹੀ ਕਰਾਮਾਤ ਆ ਜੇ ਬੰਦੇ ਕੋਲ ਜਰੀ ਨਹੀਂ ਜਾਂਦੀ ਜੀ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਰੱਬ ਹੋ ਕੇ ਸਾਈਂ ਮੀਆਂ ਮੀਰ ਜੀ ਕਹਿੰਦੇ ਮਨੁੱਖਾਂ ਵਾਂਗੂ ਰਹਿ ਰਹੇ ਨੇ। ਨਹਿ ਕਿਹ ਕੋ ਕਬ ਸ਼ਕਤ ਦਿਖਾਰੈ। ਕਦੀ ਕਿਸੇ ਨੂੰ ਆਪਣੀ ਸ਼ਕਤੀ ਨਹੀਂ ਵਿਖਾਉਂਦੇ।
ਹਾਂਜੀ, ਅਜਰ ਜਰਨ ਏਤੋ ਉਰ ਕਰੈ, ਇੰਨਾ ਜ਼ਿਆਦਾ ਅਜਰ ਨੂੰ ਜਰਿਆ ਹੋਇਆ ਉਹਨਾਂ ਨੇ। ਕੌਣ ਇਨਹੋਂ ਕੀ ਸਮਤਾ ਧਰੈ, ਸ਼ਾਹਜਹਾਂ ਦੱਸ, ਤੂੰ ਕਹਿਣਾ ਉਹਨਾਂ ਨੂੰ ਮੱਥਾ ਨਹੀਂ ਟੇਕਣਾ, ਕੋਈ ਗੁਰੂ ਹਰਗੋਬਿੰਦ ਸਾਹਿਬ ਦੀ ਬਰਾਬਰੀ ਕਰ ਸਕਦਾ? ਕਹਿਣ ਲੱਗੇ ਕੋਈ ਨਹੀਂ ਕਰ ਸਕਦਾ। ਹਾਂਜੀ, ਸ਼ਾਹਜਹਾਨ ਸੁਨ ਸੀਸ ਨਿਵਾਇਓ, ਸ਼ਾਹਜਹਾਂ ਨੇ ਸੁਣ ਕੇ ਸਿਰ ਨਵਾ ਦਿੱਤਾ ਜੀ। ਕਿਉਂ? ਕਮਾਈ ਵਾਲਾ ਸੀ ਸਾਈਂ ਮੀਆਂ ਮੀਰ ਜੀ, ਕਮਾਈ ਵਾਲੇ ਨੇ, ਬੰਦਗੀ ਵਾਲੇ ਨੇ। ਸ਼ਾਹਜਹਾਂ ਬੋਲ ਹੀ ਨਹੀਂ ਸਕਿਆ ਸਾਧ ਸੰਗਤ ਜੀ। ਹਾਂਜੀ, ਤੂਸ਼ਨ ਹੀ ਉੱਠ ਕਰ ਚਲ ਆਇਓ, ਚੁੱਪ ਕਰਕੇ ਉੱਠ ਕੇ ਵਾਪਸ ਆ ਗਿਆ ਜੀ। ਵਾਹਰ ਆਏ ਕਰ ਤਹਾਂ ਬਤਾਵੈ, ਹਾਂਜੀ, ਮਨ ਹਮਰੇ ਨਿਸ਼ਚੈ ਨਹਿ ਆਵੈ, ਪਰ ਜਿਹਦੇ ਮਨ ਨੂੰ ਸ਼ੰਕਾ ਵੜਿਆ ਹੋਵੇ ਨਾ, ਇਹ ਬੜੀ ਭੈੜੀ ਬਿਮਾਰੀ 'ਚ, ਆਖੋ ਵਾਹਿਗੁਰੂ ਵਾਹਿਗੁਰੂ। ਤੇ ਅੱਜ ਕੱਲ ਇਹੋ ਜਿਹੇ ਬੰਦੇ ਪੈਦਾ ਹੋ ਗਏ ਜਿਹੜੇ ਗੁਰੂ ਸਾਹਿਬ ਪ੍ਰਤੀ ਸ਼ੰਕੇ ਪੈਦਾ ਕਰਨ ਦੇ, ਸਿੱਖਾਂ ਦੇ ਮਨਾਂ ਵਿੱਚ ਦੀ ਸ਼ੰਕਾ ਬੜੀ ਭੈੜੀ ਚੀਜ਼। ਤੇ ਮੈਂ ਸ਼ੰਕਾ ਵਾਲਿਆਂ ਨੂੰ ਵੇਖਿਆ, ਜੋ ਮਰਜ਼ੀ ਕਰਦੇ ਫਿਰਨ ਉਹਨਾਂ ਦਾ ਭਲਾ ਨਹੀਂ ਹੋ ਸਕਦਾ ਜੀ। ਸੇਵਾ ਵੀ ਬੜੀ ਕਰਦੇ ਪਰ ਉਹਨਾਂ ਦਾ ਭਲਾ ਨਹੀਂ ਹੋ ਸਕਦਾ। ਕਿਉਂ? ਮਨ ਸ਼ੰਕਾਲੂ ਹੈਗਾ ਜੀ। ਮਨ ਤਾਂ ਇਹਨਾਂ ਕੰਮਾਂ 'ਚ ਵੜਿਆ ਜੀ, ਗੁਰੂ ਤੇ ਵੀ ਸ਼ੰਕਾ ਕਰੀ ਜਾਣਾ। ਬੜੀ ਖੋਲ ਕੇ ਸਾਈਂ ਮੀਆਂ ਮੀਰ ਜੀ ਨੇ ਗੱਲ ਦੱਸੀ ਹੈ, ਪਰ ਫਿਰ ਵੀ ਸ਼ਾਹਜਹਾਂ ਕਹਿੰਦਾ ਮੈਨੂੰ ਤੇ ਸਮਝ ਹੀ ਨਹੀਂ ਆਈ ਕੀ ਆਖਿਆ। ਬਾਹਰ ਆ ਕੇ ਕਹਿੰਦਾ ਮੇਰਾ ਮਨ ਨਹੀਂ ਮੰਨਦਾ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਜਿੰਨਾ ਚਿਰ ਮਨ ਨਹੀਂ ਮੰਨਦਾ ਉਹਨਾਂ ਚਿਰ ਗੱਲ ਨਹੀਂ ਬਣਦੀ। ਮਨ ਮੰਨ ਗਿਆ, ਪੱਥਰ 'ਚੋਂ ਰੱਬ ਮਿਲੇਗਾ ਜੀ। ਮਨ ਨਹੀਂ ਮੰਨਿਆ, ਰੱਬ ਵਿੱਚੋਂ ਵੀ ਰੱਬ ਨਹੀਂ ਵਿਖਦਾ ਜੀ। ਮਨ ਮੰਨਣ ਦੀ ਗੱਲ ਆਪਾਂ ਆਮ ਹੀ ਕਹਿੰਦੇ ਮੇਰਾ ਮਨ ਨਹੀਂ ਮੰਨਦਾ ਜੀ। ਭਰੋਸੇ ਵਾਲੇ ਜਿਹੜੇ ਹੁੰਦੇ ਉਹ ਨਹੀਂ ਇਸ ਤਰ੍ਹਾਂ ਕਹਿੰਦੇ ਸਾਧ ਸੰਗਤ ਜੀ। ਹਾਂਜੀ, ਹਿੰਦੂ ਢਿੱਗ ਖੁਦਾਏ ਕੀ ਰਹੈ, ਕਹਿੰਦਾ ਹਿੰਦੂ ਖੁਦਾ ਲਾਗੇ ਕਿਵੇਂ ਰਹਿ ਸਕਦਾ? ਮਹਾਰਾਜ ਨੂੰ ਹਿੰਦੂ ਕਹਿੰਦੇ ਨੇ, ਇਹ ਨਹੀਂ ਪਤਾ ਉਹ ਤੇ ਖੁਦ ਖੁਦਾ ਨੇ। ਖੁਦਾ ਦੇ ਲਾਗੇ ਦੀ ਤੇ ਗੱਲ ਹੀ ਨਹੀਂ ਹੈਗੀ ਜੀ। ਹਾਂਜੀ, ਸੁਨ ਇਮ ਕਹਾਂ ਪੀਰ ਕੋ ਕਹੈ, ਕਹਿੰਦਾ ਹੁਣ ਕੀ ਕਹੀਏ, ਪੀਰ ਜੀ ਨੂੰ ਕੀ ਆਖੀਏ, ਫਿਰ ਸਾਈਂ ਮੀਆਂ ਮੀਰ ਜੀ ਨੂੰ ਕੀ ਆਖੀਏ। ਤਿਨ ਅਨੁਸਾਰ ਸ਼ਾਹੋ ਪੀ ਹੋਏ, ਹਾਂਜੀ, ਕਹੈ ਨਾ ਮੁਝ ਪ੍ਰਤੀਤ ਅਸ ਹੋਏ। ਆਖੋ ਵਾਹਿਗੁਰੂ। ਕਹਿੰਦਾ ਮੇਰਾ ਪਹਿਲਾ ਪਿਤਾ ਜਿਹੜਾ ਬਾਦਸ਼ਾਹ ਜਹਾਂਗੀਰ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਅਨੁਸਾਰ ਹੀ ਤੁਰੇ ਰਹੇ, ਤੇ ਮੈਨੂੰ ਤੇ ਉਹਨਾਂ ਤੇ ਵੀ ਯਕੀਨ ਨਹੀਂ ਸੀ ਹੈਗਾ। ਕੱਚੀਆਂ ਗੱਲਾਂ, ਢਿੱਲੀਆਂ ਗੱਲਾਂ ਕਰਦਾ ਜੀ। ਅੰਤఃਕਰਨ ਬਿਮਲ ਬਡ ਭਾਗੇ, ਤਉ ਗੁਰ ਮਹਿਮਾ ਮਨ ਮੈਂ ਲਾਗੇ। ਆਖੋ ਸ੍ਰੀ ਵਾਹਿਗੁਰੂ। ਅੰਤঃਕਰਨ ਬਿਮਲ ਬਡ ਭਾਗੇ। ਹੁਣ ਭਾਈ ਸੰਤੋਖ ਸਿੰਘ ਜੀ ਤੱਤ ਗੱਲ ਲਿਖਦੇ ਆ, ਬੜੇ ਧਿਆਨ ਨਾਲ ਸੁਣਿਓ, ਭਰੋਸੇ ਵਾਲੀ ਦੀ ਸਾਰੀ ਸਾਖੀ ਦਾ ਤੱਤ ਨਿਕਲਣ ਲੱਗਾ ਜੇ। ਹੋਵੋ ਸਾਵਧਾਨ ਤੇ ਆਖੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਪਹਿਲੀ ਗੱਲ, ਜਿਨ੍ਹਾਂ ਬੰਦਿਆਂ ਦੇ ਵੱਡੇ ਭਾਗ ਹੁੰਦੇ ਨੇ ਜੀ, ਥੋੜੇ ਮੋਟੇ ਮਾੜੇ ਭਾਗਾਂ ਦੀ ਤੇ ਗੱਲ ਹੀ ਨਹੀਂ ਹੈਗੀ ਜੀ। ਹਾਂਜੀ, ਜਿਨ੍ਹਾਂ ਬੰਦਿਆਂ ਦੇ ਵੱਡੇ ਭਾਗ ਹੁੰਦੇ ਨੇ ਤੇ ਜਿਨ੍ਹਾਂ ਦਾ ਅੰਤঃਕਰਨ ਮਨ ਬੁੱਧ ਚਿੱਤ ਹੰਕਾਰ ਸ਼ੁੱਧ ਹੋ ਜਾਂਦਾ ਨਾ, ਉਹਨਾਂ ਦੀ ਫਿਰ ਗੁਰੂ ਜੀ ਉੱਤੇ ਸ਼ਰਧਾ ਵੱਜਦੀ ਹੈ, ਉਹਨਾਂ ਦਾ ਗੁਰੂ ਸਾਹਿਬ ਦੇ ਉੱਤੇ ਭਰੋਸਾ ਵੱਜਦਾ ਜੀ। ਅੰਤঃਕਰਨ ਬਿਮਲ ਵਡ ਭਾਗੇ, ਤਉ ਗੁਰ ਮਹਿਮਾ ਮਹਿਮਨ ਲਾਗੇ। ਫਿਰ ਗੁਰੂ ਜੀ ਦੀ ਮਹਿਮਾ ਬੰਦੇ ਦੇ ਹਿਰਦੇ 'ਚ ਵਸਦੀ ਜੀ। ਉਹ ਮੈਂ ਬੜੀ ਵਾਰੀ ਤੁਹਾਨੂੰ ਸਾਖੀ ਸੁਣਾਈ ਜੀ। ਇੱਕ ਅਮੀਰ ਬੰਦਾ, ਹਾਂਜੀ ਅਮੀਰ ਬੰਦਾ ਬੈਠਾ ਤੇ ਸਾਧ ਸੰਗਤ ਜੀ ਉਹ ਪੈਸੇ ਬੜੇ ਦਿੰਦਾ। ਇੱਕ ਸਿੱਖ ਮਹਾਰਾਜ ਦੇ ਦਰਸ਼ਨ ਕਰਨ ਚੱਲਾ, ਕਹਿੰਦੇ ਆ ਲੈ ਪੈਸੇ ਲੈ ਲਾ ਤੇ ਮੇਰੀ ਵੱਲੋਂ ਮੱਥਾ ਟੇਕਦੀ ਮਹਾਰਾਜ ਦਸਵੇਂ ਪਾਤਸ਼ਾਹ ਨੂੰ। ਤੇ ਦੂਜੇ ਗਰੀਬ ਨੇ ਵਿਚਾਰੇ ਨੇ ਦਮੜੀ ਕੱਢ ਕੇ ਦਿੱਤੀ ਜੀ, ਵੀ ਲੈ ਮੇਰੇ ਵੱਲੋਂ ਵੀ ਮਹਾਰਾਜ ਦੇ ਚਰਨਾਂ 'ਚ ਰੱਖੀ। ਤੇ ਜਿਹੜਾ ਸਿੱਖ ਲੈ ਕੇ ਆਇਆ ਨਾ, ਕਹਿੰਦਾ ਮਹਾਰਾਜ ਉਸ ਅਮੀਰ ਤੇ ਤੁਹਾਡੀ ਬੜੀ ਕਿਰਪਾ ਸੀਗੀ, ਵੇਖੋ ਮਹਾਰਾਜ ਕਿੰਨੇ ਪੈਸੇ ਭੇਜੇ ਉਹਨੇ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਨਹੀਂ, ਇਹ ਕਿਰਪਾ ਨਹੀਂ ਹੈਗੀ, ਕਹਿਣ ਲੱਗੇ ਕਿਰਪਾ ਇਹ ਨਹੀਂ ਹੈਗੀ। ਮਹਾਰਾਜ ਕਹਿੰਦੇ ਇਹ ਕਿਰਪਾ ਨਹੀਂ। ਕਹਿੰਦਾ ਮਹਾਰਾਜ ਉਹ ਤੇ ਤੁਹਾਡੇ ਨਾਲ ਪਿਆਰ ਹੀ ਬੜਾ ਕਰਦਾ।
ਮਹਾਰਾਜ ਕਹਿੰਦੇ ਹੁਣ ਜਿਵੇਂ ਤੈਨੂੰ ਕਵਾਂਗੇ ਨਾ ਉਵੇਂ ਉਹਨੂੰ ਕਹੀਂ, ਦੋਵਾਂ ਨੂੰ ਕਹੀਂ। ਕਹਿੰਦੇ ਮਹਾਰਾਜ ਦੱਸੋ। ਮਹਾਰਾਜ ਕਹਿਣ ਲੱਗੇ ਉਹਨੂੰ ਕਹੀਂ ਵੀ ਮੈਂ ਦਰਸ਼ਨ ਕਰਨ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਿੱਖ ਨੇ ਸੂਈ ਚੜਾਈ, ਇੱਕ ਨੇ ਹਾਥੀ ਚੜਾਤਾ ਤੇ ਗੁਰੂ ਜੀ ਨੇ ਸੂਈ ਦੇ ਨੱਕੇ ਚੋਂ ਹਾਥੀ ਕੱਢ ਦਿੱਤਾ। ਕਹਿੰਦਾ ਮਹਾਰਾਜ ਠੀਕ ਹੈ। ਉਹ ਅਮੀਰ ਨੂੰ ਪਹਿਲਾਂ ਕਹਿੰਦਾ ਮੈਂ ਹੋ ਆਇਆ ਮਹਾਰਾਜ ਕੋ। ਕਹਿੰਦਾ ਫਿਰ ਦਰਸ਼ਨ ਕਰਨ ਗਿਆ ਹਾਂ, ਠੀਕ ਹੋ ਗਏ ਦਰਸ਼ਨ? ਕੀ ਵੇਖਿਆ ਉੱਥੇ? ਕਹਿੰਦਾ ਵੇਖਿਆ ਵੀ ਇੱਕ ਸਿੱਖ ਨੇ ਸੂਈ ਚੜਾਈ, ਇੱਕ ਸਿੱਖ ਨੇ ਹਾਥੀ ਚੜਾਇਆ, ਸੂਈ ਦੇ ਨੱਕੇ ਚੋਂ ਮਹਾਰਾਜ ਨੇ ਹਾਥੀ ਕੱਢਤਾ। ਕਹਿੰਦਾ ਚੱਲ ਝੂਠਾ ਨਾ ਹੋਵੇ, ਤੇ ਇਹ ਤੇ ਹੋ ਹੀ ਨਹੀਂ ਸਕਦਾ, ਜਿਹਨੂੰ ਆਪਾਂ ਕਹਿੰਦੇ ਮੇਰਾ ਮਨ ਨਹੀਂ ਮੰਨਦਾ। ਕਹਿੰਦਾ ਤੇਰੀ ਮਰਜ਼ੀ ਭਰਾਵਾ। ਹੈਂ, ਉਹ ਗਰੀਬ ਕੋਲ ਗਿਆ ਜੀ। ਉਹਨੇ ਸੋਚਿਆ ਵੀ ਉਹਨੇ ਵੀ ਨਹੀਂ ਮੰਨਣਾ ਹੋਣਾ, ਗੱਲ ਤੇ ਵੈਸੇ ਮੰਨਣ 'ਚ ਨਹੀਂ ਆਉਂਦੀ। ਉਹ ਗਰੀਬ ਕੋ ਗਿਆ ਤੇ ਕਹਿੰਦਾ, ਜਿਹਦੇ ਕੋਲ ਪੈਸੇ ਘੱਟ ਸੀਗੇ, ਛਿੱਲੜ ਘੱਟ ਸੀਗੇ, ਕਹਿਣ ਲੱਗਾ ਮੈਂ ਮਹਾਰਾਜ ਕੋ ਗਿਆ ਸਾਂ ਤੇ ਕਹਿੰਦਾ ਫਿਰ ਤੂੰ ਮੇਰੇ ਬਾਜਾਂ ਵਾਲੇ ਸਤਿਗੁਰੂ ਕੋਲ ਹੋ ਕੇ ਆਇਆ, ਮੇਰੇ ਸਤਿਗੁਰੂ ਦੇ ਚੋਦ ਸੁਣਾ। ਕਹਿੰਦਾ ਚੋਦ ਕੀ ਹੈ? ਉੱਥੇ ਭਰਾਵਾ ਇੱਕ ਸਿੱਖ ਨੇ ਸੂਈ ਲਿਆਂਦੀ, ਲੋਕ ਵੇਖ ਕੇ ਹੈਰਾਨ ਹੋ ਗਏ। ਇੱਕ ਸਿੱਖ ਨੇ ਹਾਥੀ ਲਿਆਂਦਾ, ਗੁਰੂ ਨੇ ਹਾਥੀ ਸੂਈ ਦੇ ਨੱਕੇ ਚੋਂ ਕੱਢਤਾ। ਉਹ ਕਹਿੰਦਾ ਇਹਦੇ 'ਚ ਕਿਹੜੀ ਵੱਡੀ ਗੱਲ ਹੈ? ਸਾਡੇ 10ਵੇਂ ਪਾਤਸ਼ਾਹ ਤੇ ਹਜ਼ਾਰਾਂ ਹੀ ਹਾਥੀ ਕੱਢ ਸਕਦੇ ਹੈ ਸੂਈ ਦੇ ਨੱਕੇ ਚੋਂ ਇੱਕੋ ਸਮੇਂ। ਆਖੋ ਵਾਹਿਗੁਰੂ। ਉਹਦੇ ਹੱਥ ਜੋੜ ਕੇ ਕਹਿੰਦਾ ਹਾਂ ਤੇਰੇ ਤੇ ਹੀ ਕਿਰਪਾ ਜ਼ਿਆਦੀ। ਕਹਿੰਦਾ ਹਾਂ ਤੇਰਾ ਭਰੋਸਾ ਜ਼ਿਆਦਾ, ਤੇਰੇ ਤੇ ਕਿਰਪਾ ਜ਼ਿਆਦੀ। ਜਿਹਦਾ ਭਰੋਸਾ ਜ਼ਿਆਦਾ ਉਹਦੇ ਤੇ ਜ਼ਿਆਦੀ ਮਿਹਰ ਹੈਗੀ ਜੀ। ਮਿਹਰ ਦੀ ਨਿਸ਼ਾਨੀ ਕੀ ਹੈ ਜੀ? ਭਰੋਸਾ ਹੋਏਗਾ ਗੁਰੂ ਤੇ ਜੀ, ਪੱਕਾ ਹੋਏਗਾ। ਤੇ ਇਹੋ ਜਿਹੇ ਬੰਦੇ ਖੱਟ ਜਾਂਦੇ ਕੁਛ ਨਾ ਕੁਛ ਜੀ। ਭਾਈ ਸੰਤੋਖ ਸਿੰਘ ਕਹਿੰਦੇ ਅੰਤਹ ਕਰਨ ਬਿਮਲ ਵਡ ਭਾਗੇ, ਤੋ ਗੁਰ ਮਹਿਮਾ ਮਹਿਮਨ ਲਾਗੇ। ਜਿਨ੍ਹਾਂ ਦੇ ਮਨ ਸਾਫ਼ ਹੁੰਦੇ ਆ, ਜਿਨ੍ਹਾਂ ਦੇ ਉੱਤੇ ਗੁਰੂ ਦੀ ਵੱਡੀ ਕਿਰਪਾ ਹੁੰਦੀ ਹੈ, ਉਹਨਾਂ ਦੇ ਮਨ ਫਿਰ ਗੁਰੂ ਜੀ ਦੀ ਮਹਿਮਾ ਵਿੱਚ ਲੱਗ ਜਾਂਦੇ ਨੇ ਜੀ। ਉਹਨਾਂ ਨੂੰ ਭਰੋਸਾ ਵੱਜਦਾ ਹੈ ਜੀ। ਹਾਂ, ਮੰਦ ਮਤੀ ਪਖ ਬਾਧਿਤ ਹਿਰਦੇ। ਹੁਣ ਭਰੋਸੇ ਦੀਆਂ ਗੱਲਾਂ ਬਹੁਤ ਵੱਡੀਆਂ ਨੇ ਸਾਧ ਸੰਗਤ। ਨਗੀਨਾ ਘਾਟ ਸੱਚੇ ਪਾਤਸ਼ਾਹ ਬੈਠੇ ਹੈ। ਹਾਂਜੀ, ਨਗੀਨਾ ਸੁੱਟਤਾ ਸਤਿਗੁਰੂ ਜੀ ਨੇ। ਸ਼ਾਹੂਕਾਰ ਕਹਿੰਦਾ ਕਲਗੀਧਰ ਮਹਾਰਾਜ ਤੁਸੀਂ ਨਗੀਨਾ ਸੁੱਟਤਾ। ਮਹਾਰਾਜ ਕਹਿੰਦੇ ਅੱਖਾਂ ਬੰਦ ਕਰਕੇ ਵੇਖ, ਲਾਗੇ ਜਿੰਨੇ ਪੱਥਰ ਸਾਰੇ ਨਗੀਨੇ ਬਣਾ ਦਿੱਤੇ ਜੀ। ਭਰੋਸੇ ਵਾਲੇ ਤੇ ਮੰਨ ਲੈਂਦੇ, ਭਰੋਸੇ ਵਾਲੇ ਤੇ ਮੰਨ ਜਾਂਦੇ ਵੀ ਰੁੱਖਾਂ ਤੋਂ ਮਠਿਆਈਆਂ ਝੜੀਆਂ ਨੇ। ਭਰੋਸੇ ਵਾਲੇ ਮੰਨਦੇ ਆ, ਤਰਕਾਂ ਕਰ ਲੈ, ਕਹਿੰਦੇ ਲੈ ਰੁੱਖ ਤੇ ਮਠਿਆਈ ਕਿੱਥੋਂ ਚੜਦੀ। ਮੰਦਮਤੀ ਪਖ ਬਾਦਨ ਹਿਰਦਾ। ਭਾਈ ਸਾਈਂ ਮੀਆਂ ਮੀਰ ਜੀ ਕਹਿੰਦੇ ਸੁਣ ਲੈ, ਸਾਈਂ ਮੀਆਂ ਮੀਰ ਜੀ ਨੇ ਤਾਂ ਸੱਚ ਕਹਿਤਾ। ਇਹ ਭਾਈ ਸੰਤੋਖ ਸਿੰਘ ਲਿਖ ਰਹੇ, ਬ੍ਰਹਮ ਗਿਆਨੀ। ਕਹਿੰਦੇ ਜਿਹੜੇ ਮੰਦਮਤੀ ਮਾੜੀ ਮੱਤ ਵਾਲੇ ਆ ਉਹ ਪੱਖਪਾਤ 'ਚ ਹੀ ਪਏ ਰਹਿੰਦੇ ਆ। ਹਾਂਜੀ, ਗੁਰ ਕੀਰਤ ਠਹਿਰਤ ਨਹਿ ਕਦੇ। ਗੁਰੂ ਜੀ ਦੀ ਸਿਫਤ ਵਡਿਆਈ ਉਹਨਾਂ ਦੇ ਮਨ 'ਚ ਠਹਿਰਦੀ ਨਹੀਂ ਜੀ। ਸੁਣਦੇ ਭੁੱਲ ਜਾਂਦੇ, ਭਰੋਸਾ ਨਹੀਂ ਵੱਜਦਾ ਜੀ। ਉਹਨਾਂ ਦੇ ਮਨ 'ਚ ਠਹਿਰਦੀ ਨਹੀਂ ਜੀ। ਹਾਂਜੀ, ਧਰੇ ਸੰਦੇਹ ਗਏ ਨਿਜ ਧਾਮੂ। ਇਸੇ ਤਰ੍ਹਾਂ ਸ਼ਾਕੀ ਮਨ 'ਚ ਲੈ ਕੇ ਸ਼ਾਹਜਹਾਂ ਆਪਣੇ ਘਰ ਗਿਆ ਜੀ। ਹਾਂਜੀ, ਸਗਰੇ ਕਰਤ ਭਏ ਬਿਸਰਾਮੂ। ਤੇ ਸਾਧ ਸੰਗਤ ਜੀ ਜਾ ਕੇ ਆਰਾਮ ਕਰਨ ਲੱਗ ਪਿਆ। ਪਰ ਸ਼ੰਕਾ ਹੀ ਮਨ 'ਚ ਹੈਗਾ ਵੀ ਸਾਈਂ ਮੀਆਂ ਮੀਰ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਕਿਉਂ ਟੇਕਿਆ। ਆਖੋ ਵਾਹਿਗੁਰੂ। ਸ਼ੰਕਾ ਹੀ ਹੈਗਾ ਸਾਧ ਸੰਗਤ ਜੀ, ਸ਼ੰਕਾ ਹੀ ਹੈਗਾ ਜੀ। ਹੁਣ ਕੀ ਆਖੀਏ ਜੀ ਇਹੋ ਜਿਹੇ ਲੋਕਾਂ ਨੂੰ। ਅੱਜ ਪੰਥ 'ਚ ਵੀ ਬੜੇ ਸ਼ੰਕੇ ਪਾਏ ਜਾਂਦੇ, ਬੜੇ ਸ਼ੰਕੇ ਜੀ। ਮੈਂ ਸਹਾਰਨਪੁਰ ਕਥਾ ਕਰਨ ਗਿਆ, ਕਥਾ ਤੋਂ ਬਾਅਦ ਗੁਰਦੁਆਰੇ ਦੇ ਪ੍ਰਬੰਧਕ ਸੈਕਟਰੀ ਬੈਠ ਗਿਆ ਲਾਗੇ ਜੀ। ਕਦੀ ਕਿਸੇ ਗੱਲ ਦਾ ਸ਼ੰਕਾ, ਕਦੀ ਕਿਸੇ ਗੱਲ ਦਾ ਸ਼ੰਕਾ, ਕਦੀ ਕਿਸੇ ਗੱਲ ਦਾ ਸ਼ੰਕਾ। ਸ਼ੰਕਿਆਂ ਦਾ ਪਹਾੜ ਹੀ ਅੰਦਰ ਬਣਿਆ ਹੋਇਆ ਜੀ।
ਸ਼ੰਕਿਆਂ ਦਾ ਪਹਾੜ ਬਣਿਆ ਹੋਇਆ। ਬਸ ਸਵਾਲ ਜੀ, ਆਹ ਕਿਵੇਂ ਹੋ ਸਕਦਾ ਹੈ ਜੀ, ਆਹ ਇੰਜ ਨਹੀਂ ਹੋ ਸਕਦਾ ਜੀ। ਨਹੀਂ ਪਿਆਰਿਓ, ਇੱਥੇ 2 ਤੇ 2 4 ਨੇ, ਪਰ ਜੇ ਸਤਿਗੁਰੂ ਕਹਿਣ 2 ਤੇ 2 5, ਹੱਥ ਜੋੜ ਕੇ ਕਿਉਂ ਮਹਾਰਾਜ 5 ਹੀ ਨੇ। ਕਿਉਂ? ਅਸੀਂ ਤੇ 2 ਤੇ 2 4 ਹੀ ਕਰ ਸਕਦੇ ਹਾਂ, ਗੁਰੂ ਜੀ 2 ਤੇ 2 5 ਵੀ ਕਰ ਸਕਦੇ ਹੈ ਕੀ ਹੈ ਜੀ। ਇਸ ਕਰਕੇ ਵੱਡੀ ਸ਼ਰਧਾ ਰੱਖਣੀ, ਜਿੰਨੀ ਵੱਡੀ ਸ਼ਰਧਾ ਓਨੀ ਵੱਡੀ ਪ੍ਰਾਪਤੀ, ਓਨੀ ਵੱਡੀ ਮਿਹਰ। ਸੋ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਨ, ਮਿਹਰਾਂ ਕਰਨ, ਬਖਸ਼ਿਸ਼ਾਂ ਕਰਨ। ਜਿਨ੍ਹਾਂ ਦੇ ਹਿਰਦੇ ਅੰਤఃਕਰਨ ਨਿਰਮਲ ਹਨ, ਵੱਡੇ ਭਾਗਾਂ ਵਾਲੇ ਹੈ। ਤੋ ਗੁਰ ਮਹਿਮਾ ਮਹਿਮਨ ਲੱਗੈ, ਫਿਰ ਉਹਨਾਂ ਦੇ ਮਨ ਗੁਰੂ ਜੀ ਦੀ ਮਹਿਮਾ ਵਿੱਚ ਲੱਗ ਜਾਂਦੇ ਨੇ ਜੀ। ਸਾਡੇ ਗਰੀਬ ਨਵਾਜ ਮਿਹਰਾਂ ਕਰਨ, ਸਾਡੇ ਮਨਾਂ 'ਚ ਵੀ ਸਤਿਗੁਰੂ ਜੀ ਦੇ ਉੱਤੇ ਸ਼ਰਧਾ ਬੱਝੇ, ਸ਼ਰਧਾ ਰੱਖੀ। ਭਾਈ ਲਹਿਣਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਬਣ ਗਏ ਜੀ। ਚਾਹੀਦਾ ਸਤਿਗੁਰੂ ਜੀ ਮਿਹਰ ਕਰਨ, ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ ਸੇਵੀਆ, ਅਹਨਸ ਸਹਜ